ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਉੱਘੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ, ਟੋਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਓਮਕਾਰ ਸਿੰਘ ਫ੍ਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਬਾ ਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮੌਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 22 ਜਨਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਜਸਟਿਸ ਦੇ ਨਾਲ ਜੁੜੀ ਖਬਰ ਤੋਂ, ਨਿਆਂ ਦੇ ਨਾਲ ਜੁੜੀ ਖਬਰ ਤੋਂ। ਆਪਾਂ ਹਰ ਵਾਰ ਇਹ ਗੱਲ ਦੀ ਚਰਚਾ ਕਰਦੇ ਹਾਂ ਜਦੋਂ ਨਿਆਂ ਦੀ ਗੱਲ ਕਰਦੇ ਹਾਂ ਤਾਂ ਜਸਟਿਸ ਡਿਲੇਡ, ਜਸਟਿਸ ਡਿਨਾਈਡ, ਮਤਲਬ ਨਿਆਂ ਲੇਟ ਕਰਨਾ ਜਾਂ ਨਾ ਦੇਣ ਦੇ ਬਰਾਬਰੀ ਇੱਕ ਤਰੀਕੇ ਦੇ ਨਾਲ। ਸੱਜਣ ਕੁਮਾਰ 84 ਕਤਲੇਆਮ ਦੇ ਮਾਮਲੇ ਦੇ ਵਿੱਚ ਬਰੀ ਕਰਤਾ ਤੇ ਜਦੋਂ ਤੋਂ ਇਹ ਖਬਰ ਆਈ ਹੈ ਲੋਕਾਂ ਨੂੰ ਇਹ ਸੰਘ ਤੋਂ ਥੱਲੇ ਨਹੀਂ ਉਤਰ ਰਹੀ ਜੀ। ਪ੍ਰਵੀਨ ਜੀ, ਅਸੀਂ ਦਿੱਲੀ ਸਿੱਖ ਕਤਲੇਆਮ ਦੀ ਗੱਲ ਜੀ 40-41 ਸਾਲਾਂ ਬਾਅਦ ਜਦੋਂ ਕਰ ਰਹੇ ਹਾਂ, ਤਦ ਅਸੀਂ ਗੱਲ ਕਰ ਰਹੇ ਹਾਂ ਅਦਾਲਤੀ ਫੈਸਲਿਆਂ ਦੀ। ਇਹ ਹੱਕ ਚ ਆਇਆ ਜਾਂ ਵਿਰੋਧ ਚ ਆਇਆ, ਜਿਹਨੂੰ ਇੱਕ ਪਾਸੇ ਰੱਖ ਕੇ ਵੀ ਦੇਖ ਲਈਏ। ਜੀ ਸਹੀ। ਤਾਂ ਸਵਾਲ ਇਹ ਹੈ ਕਿ ਜੇ 41 ਸਾਲ ਸਾਡੇ ਮਸਲਿਆਂ ਦੇ ਫੈਸਲੇ ਵੀ ਨਹੀਂ ਹੁੰਦੇ ਤੇ ਫਿਰ ਕਿਹੋ ਜਿਹੀ ਨਿਆਂ ਪ੍ਰਕਿਰਿਆ। ਸਹੀ। ਤੇ ਜੇ ਮੰਨ ਲਓ ਦੋਸ਼ੀਆਂ ਨੂੰ ਸਜ਼ਾ ਮਿਲ ਵੀ ਜਾਵੇ ਹੁਣ 40, 42, 45 ਸਾਲਾਂ ਬਾਅਦ, ਫਿਰ ਵੀ ਉਸ ਨੂੰ ਇਨਸਾਫ ਦੀ ਪਰਿਭਾਸ਼ਾ 'ਚ ਰੱਖਿਆ ਜਾ ਸਕਦਾ ਕਿ ਨਹੀਂ? ਇੱਥੇ ਤਾਂ ਅਗਲਾ ਬਰੀ ਹੋ ਗਿਆ। ਬਿਲਕੁਲ ਜੀ, ਸਹੀ। ਤਾਂ ਸਵਾਲ ਹੀ ਵੱਖਰਾ। ਔਰ ਬਰੀ ਹੋਣ ਦਾ ਆਧਾਰ ਕੀ ਹੈ ਕਿ ਜੀ ਸਬੂਤ ਨਹੀਂ ਮਿਲੇ। ਜੀ ਜਿਹੜੇ ਇਸ ਜਹਾਨੋਂ ਗਏ 84 ਦੇ ਵਿੱਚ, ਜਿਨ੍ਹਾਂ ਨੂੰ ਘਰਾਂ ਚੋਂ ਧੂ ਕੇ ਨਿਸ਼ਾਨਦੇਹੀ ਕਰ ਕਰਕੇ, ਫੂਕ ਕੇ, ਸਾੜ ਕੇ, ਜਿੰਦਾ ਸਾੜਿਆ ਗਿਆ, ਜਲਾਇਆ ਗਿਆ, ਉਹਨਾਂ ਦੀਆਂ ਅਗਲੀਆਂ ਨਸਲਾਂ, ਅਗਲੀਆਂ ਪੀੜ੍ਹੀਆਂ ਕਿਵੇਂ ਬਚੀਆਂ ਤੇ ਉਹਨਾਂ ਨੇ ਕਦੋਂ ਆ ਕੇ ਹਿੰਮਤ ਕੀਤੀ ਹੋਣੀ, ਕਦੋਂ ਆ ਕੇ ਅਰਜੀ ਲਾਈ ਹੋਣੀ, ਕਦੋਂ ਸ਼ਿਕਾਇਤ ਕੀਤੀ ਹੋਣੀ, ਕਿਵੇਂ ਉਸ ਹੌਸਲੇ ਨਾਲ ਆਏ ਹੋਣੇ ਜੀ। ਤੇ ਸ਼ਿਕਾਇਤ ਕਰਤਾ ਵੀ ਤੁਰ ਗਏ ਤੇ ਪਰ ਹੁਣ ਕਹਿ ਰਹੇ ਨੇ ਜੀ ਸਬੂਤ ਨਹੀਂ ਮਿਲੇ। ਤੁਸੀਂ ਇਹ ਦੇਖੋ ਜੀ, ਇਸ ਨੂੰ ਕਿਵੇਂ ਕਹੀਏ ਕਿ ਇਨਸਾਫ? ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਸੱਜਣ ਕੁਮਾਰ, ਜਗਦੀਸ਼ ਟਾਈਟਲਰ ਜਾਂ ਕੁਝ ਹੋਰ ਅਜਿਹੇ ਨਾਮ ਜਿਹੜੇ ਪੂਰੀ ਤਰ੍ਹਾਂ ਪ੍ਰਚਲਿਤ ਹੋਏ ਕਿ ਉਹ ਆਗੂ ਸੀ ਜਿਹੜੇ ਭੀੜ ਦੀ ਅਗਵਾਈ ਕਰਨ ਵਾਲੇ ਸੀ। ਸ਼ੁਰੂਆਤੀ ਰਿਪੋਰਟ ਇੱਕ ਇਹਦਾ ਆਧਾਰ ਬਣੀ, ਉਹਨਾਂ ਚੋਂ ਨਾਮ ਇਹ ਫਿਰ ਸਾਡੀ ਸਭ ਦੇ ਜ਼ੁਬਾਨ ਤੇ ਆਏ ਕਿ ਵੀ ਇਹ ਤਾਂ ਅੰਦਰ ਜਾਣੇ ਚਾਹੀਦੇ ਨੇ। ਜੀ HS ਫੂਲਕਾ ਤੋਂ ਲੈ ਕੇ ਹੋਰ ਕਈਆਂ ਨੇ ਜਿਹਦੀ ਪਹਿਲ ਕਦਮੀ ਕਰਕੇ ਲੜਾਈ ਲੜੀ ਹੈ ਨਾ, ਉਹ ਕਿੰਨੇ ਹੀ ਪਰਿਵਾਰ ਹੋਣੇ ਜਿਹੜੇ ਹਿੰਮਤ ਹੀ ਨਹੀਂ ਜੁਟਾ ਪਾਏ ਇਹਨਾਂ ਦੇ ਖਿਲਾਫ ਸ਼ਿਕਾਇਤ ਕਰਨ ਦੀ। ਸਹੀ, ਠੀਕ ਹੈ। ਤੇ ਉਸ ਸਮੇਂ ਦੀ ਹਾਕਮ ਧਿਰ ਜਿਹੜੀ ਦੇਸ਼ ਭਰ ਚ ਰਾਜ ਕਰ ਰਹੀ ਸੀ, ਕਾਂਗਰਸ, ਜੀ, ਜਦੋਂ ਤੱਕ ਉਹਦਾ ਡੰਕਾ ਵੱਜਿਆ ਕੇਂਦਰ ਦੇ ਤਖਤ ਤੇ, ਤਦ ਤੱਕ ਉਹਨੇ ਕਿੱਥੇ ਇਹਨਾਂ ਨੂੰ ਦੇ ਕਟਹਿਰੇ ਤੱਕ ਵੀ ਆਉਣ ਦਿੱਤਾ। ਕਿਵੇਂ ਇਹਨਾਂ ਦਾ ਬਚਾਅ ਕੀਤਾ ਆਪਾਂ ਸਾਰੇ ਜਾਣਦੇ ਹਾਂ, ਸੱਤਾ ਕਿਵੇਂ ਬਚਾਉਂਦੀ ਆ। ਤੇ ਜਿਹੜੇ ਹੁਣ ਕਹਿੰਦੇ ਨੇ ਕਿ ਅਸੀਂ ਸਿੱਖੀ ਦੇ ਸੱਚੇ ਪੈਰੋਕਾਰ ਆ, ਭੀੜ ਚ ਉਹਨਾਂ ਦੇ ਬੰਦੇ ਵੀ ਨਾਲ ਸੀ ਫੂਕਣ ਵਾਲਿਆਂ ਚ। ਸਹੀ, ਇਹ ਵੀ ਜਾਂਚ ਦਾ ਵਿਸ਼ਾ ਹੈ ਜੀ। ਬਿਲਕੁਲ, ਹੈ ਨਾ। ਤੇ ਸੱਚਾਈ ਇਹ ਵੀ ਹੈ ਕਿ ਆਂਢੀ ਗੁਆਂਢੀ ਜਿਨ੍ਹਾਂ ਨਾਲ ਸਾਂਝ ਸੀ, ਉਹਨਾਂ ਨੇ ਧਰਮ ਜਾਤ ਤੋਂ ਉੱਪਰ ਉੱਠ ਕੇ ਕਈ ਪਰਿਵਾਰ ਬਚਾਏ ਨੇ। ਜੀ ਸਹੀ। ਉਹ ਵੀ ਸੋ ਇਸ ਲਈ ਦੁਨੀਆ ਤੇ ਕਿਸੇ ਚੀਜ਼ ਦਾ ਬੀਜ ਨਾਸ ਨਹੀਂ। ਜੇ ਮਾੜਿਆਂ ਦੀ ਭੀੜ ਹੈ ਤਾਂ ਚੰਗਿਆਂ ਦਾ ਕਣ ਵੀ ਜਿਉਂਦਾ ਹੈ। ਹੈਗਾ ਬਿਲਕੁਲ। ਇਸ ਲਈ ਉਹ ਰਿਸ਼ਤੇ ਵੀ ਅਜੇ ਤੱਕ ਦਿੱਲੀ ਚ ਕਾਇਮ ਨੇ। ਪਰ ਜਦੋਂ ਅਸੀਂ ਕਾਨੂੰਨੀ ਪ੍ਰਕਿਰਿਆ ਦੇ ਹਵਾਲੇ ਨਾਲ ਗੱਲ ਕਰਦੇ ਹਾਂ ਤਾਂ 40-42 ਸਾਲਾਂ ਬਾਅਦ ਗੱਲ ਆਉਂਦੀ ਹੈ ਜੀ ਕਿ 2015 ਚ FIR ਦਰਜ ਹੋਈ। ਜਿਹੜੇ ਮਾਮਲਿਆਂ ਚ ਬਰੀ ਹੋਇਆ FIR 2015 ਚ ਦਰਜ ਹੁੰਦੀ ਹੈ। ਕਿਹੋ ਜੀ ਜੱਦੋਜਹਿਦ ਹੋਣੀ FIR ਦਰਜ ਕਰਾਉਣ ਲਈ ਵੀ। ਜੀ ਸਹੀ ਹੈ। ਇੱਥੋਂ ਅੰਦਾਜ਼ਾ ਲਾਓ। ਤੇ ਫਿਰ ਕਹਿੰਦੇ ਜੀ ਹੁਣ ਇਸ ਮਾਮਲੇ ਚ ਸਬੂਤ ਨਹੀਂ ਹੈਗੇ, ਤੱਥ ਨਹੀਂ ਮਿਲਾਨ ਹੋਏ ਜੀ।
ਇੱਕ ਮਾਮਲੇ 'ਚ ਤਾਂ 5 ਤੋਂ 6 ਗਵਾਹ ਭੁਗਤ ਚੁੱਕੇ ਸੀ, ਪਰ ਸ਼ਿਕਾਇਤ ਕਰਤਾ ਤੁਰ ਗਿਆ ਤੇ ਇਸ ਲਈ ਜੀ ਕਹਿੰਦੇ ਮਾਮਲਾ ਖੜ ਜੂਗਾ। ਫਿਰ ਤਾਂ ਅਦਾਲਤ ਦੀ ਜ਼ਿੰਮੇਵਾਰੀ, ਵਕੀਲਾਂ ਦੀ ਜ਼ਿੰਮੇਵਾਰੀ, ਕਾਨੂੰਨ ਦੀ ਜ਼ਿੰਮੇਵਾਰੀ, ਸੰਵਿਧਾਨ ਦੀ ਜ਼ਿੰਮੇਵਾਰੀ, ਸਰਕਾਰ ਦੀ ਜ਼ਿੰਮੇਵਾਰੀ ਹੋਰ ਵਧਣੀ ਚਾਹੀਦੀ ਹੈ। ਪਰ ਨਹੀਂ ਜੀ, ਇਹ ਘਟਨਾਕ੍ਰਮ ਇਸ ਗੱਲ ਦੀ ਵੀ ਗਵਾਹੀ ਭਰਦਾ ਹੈ ਕਿ ਲੋਕਤੰਤਰ ਦੀ ਆੜ ਦੇ ਵਿੱਚ ਘੱਟ ਗਿਣਤੀਆਂ ਨੂੰ ਕਿਵੇਂ ਹਾਸ਼ੀਏ ਤੇ ਧੱਕਿਆ ਜਾਂਦਾ ਹੈ। ਇਹਦਾ ਦ੍ਰਿਸ਼ ਵੀ ਸਾਡੇ ਸਾਹਮਣੇ, ਜਿੱਥੇ ਜਿਹੜਾ ਬਹੁ ਗਿਣਤੀ ਹੈ ਉੱਥੇ ਉਹਦਾ ਧੱਕਾ ਕਿਵੇਂ ਚੱਲਦਾ, ਇਹ ਸਭ ਨੂੰ ਦਿਖਦਾ। ਸੋ ਕੁੱਲ ਮਿਲਾ ਕੇ ਇਸ ਘਟਨਾਕ੍ਰਮ ਦੇ ਵਿੱਚ ਬੇਸ਼ੱਕ ਸੱਜਣ ਕੁਮਾਰ 2 ਮਾਮਲਿਆਂ 'ਚ ਬਰੀ ਹੈ, ਪਰ ਜੇਲੋਂ ਬਾਹਰ ਤਾਂ ਨਹੀਂ ਅਜੇ ਆਉਂਦਾ, ਕਿਉਂਕਿ ਲੰਘੇ ਦਿਨਾਂ 'ਚ ਉਹਨਾਂ ਨੂੰ ਕੁਝ ਮਾਮਲਿਆਂ 'ਚ ਪਹਿਲਾਂ ਉਮਰ ਕੈਦ ਹੋ ਚੁੱਕੀ ਹੈ। ਇਸ ਲਈ ਬਾਹਰ ਤਾਂ ਨਹੀਂ ਆਉਂਦਾ, ਪਰ ਜਿੱਦਾਂ ਵੀ ਇਹ ਕਦੇ ਫੈਸਲਾ ਹੁੰਦਾ, ਜਿਵੇਂ ਤੁਸੀਂ ਕਿਹਾ, ਇਹ ਦਰੁਸਤ ਗੱਲ ਹੈ ਕਿ ਜਿੱਦਾਂ ਹੀ ਕੋਈ 84 ਨਾਲ ਸੰਬੰਧਿਤ ਕੋਈ ਮਾਮਲਾ ਸਾਹਮਣੇ ਆਉਂਦਾ, ਉਹ ਸਾਰੇ ਅੱਲੇ ਜ਼ਖਮ ਜਿਹੜੇ ਕਦੇ ਸੁੱਕੇ ਹੀ ਨਹੀਂ, ਹਰੇ ਹੀ ਨੇ, ਹੈ ਨਾ, ਮਾੜਾ ਮੋਟਾ ਜਿਹਾ ਖਰਿੰਡ ਆਉਂਦਾ ਤਾਂ ਫਿਰ ਉਤਰ ਜਾਂਦਾ, ਉਹ ਫਿਰ ਸਾਰੇ ਚੇਤੇ ਆ ਜਾਂਦੇ, ਉਹ ਸਾਰਾ ਕੁਝ ਧਿਆਨ 'ਚ ਆ ਜਾਂਦਾ ਜੀ। ਸੋ ਇਸ ਲਈ ਅਸੀਂ ਇਹ ਕਹਿਣਾ ਕਿ ਹਾਂ ਸਰਕਾਰਾਂ ਨਿਆਂ ਸਾਰਿਆਂ ਦੇ ਲਈ ਹੈ ਜਾਂ ਸਮੇਂ ਸਿਰ ਹੈ, ਇਹ ਦੋ ਗੱਲਾਂ ਇੱਥੇ ਝੂਠੀਆਂ ਸਾਬਤ ਹੋ ਜਾਂਦੀਆਂ। ਜੀ ਸਹੀ ਕਿਹਾ। ਤੇ ਅਗਲੀ ਗੱਲ ਕਰੀਏ ਆਪਾਂ ਪੰਜਾਬ ਦੀ। ਸ਼ਰਮਾ ਜੀ, ਪੰਜਾਬ ਦੇ ਵਿੱਚ ਕਹਿੰਦੇ ਹੁਣ ਨਵੀਂ ਸਿਹਤ ਕ੍ਰਾਂਤੀ ਆ ਗਈ ਜੀ। ਅੱਜ ਦੇਖੋ, ਆਪਾਂ ਪਹਿਲਾਂ ਵੀ ਇੱਕ ਵਾਰ ਜਦੋਂ ਇਹਦਾ ਐਲਾਨ ਹੋਇਆ ਸੀ ਇਸ ਨਵੀਂ ਯੋਜਨਾ ਦਾ ਜੀ, ਤਦ ਵੀ ਆਪਾਂ ਗੱਲ ਕੀਤੀ ਸੀ। ਕੱਲ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਆਪਣੇ ਮੁੱਖ ਮੰਤਰੀ ਕੇਜਰੀਵਾਲ ਜੀ ਦੇ ਨਾਲ, ਮਤਲਬ ਉਹਨਾਂ ਦੇ ਮੁੱਖ ਮੰਤਰੀ ਤਾਂ ਉਹੀ ਨੇ, ਹੈ ਨਾ, ਉਹਨਾਂ ਦੇ ਨਾਲ ਕੱਲ ਮੋਹਾਲੀ ਦੇ ਵਿੱਚ ਇਸ ਪ੍ਰੋਗਰਾਮ ਦਾ ਐਲਾਨ ਕੀਤਾ ਕਿ ਜੀ ਅੱਜ ਤੋਂ 10 ਲੱਖ ਤੱਕ ਦਾ ਸਿਹਤ ਬੀਮਾ ਪੰਜਾਬੀਆਂ ਦਾ ਮੁਫਤ ਹੈ। ਪੰਜਾਬ 'ਚ ਰਹਿਣ ਵਾਲੇ ਪੰਜਾਬੀਆਂ ਦੇ ਲਈ ਇਹ ਯੋਜਨਾ ਹੈ। ਸੋ ਪਹਿਲੀ ਨਜ਼ਰੇ ਇਹ ਸਵਾਗਤਯੋਗ ਕਦਮ ਹੈ ਜੀ। ਪਹਿਲੀ ਨਜ਼ਰੇ ਇਹ ਯੋਜਨਾਵਾਂ ਸਰਕਾਰਾਂ ਨੂੰ ਲਿਆਉਣੀਆਂ ਚਾਹੀਦੀਆਂ। 2 ਪਹਿਲੂ ਨੇ ਭਾਰਤ ਦੇ ਵਿੱਚ, ਸਿਹਤ ਤੇ ਸਿੱਖਿਆ, ਜਿਹੜੀ ਸਭ ਤੋਂ ਵੱਧ ਜੇਬ ਤੇ ਭਾਰੂ ਹੈ, ਬਿਲਕੁਲ, ਔਰ ਜਿਹੜੀ ਸਭ ਤੋਂ ਵੱਧ ਲੋਕਾਂ ਨੂੰ ਲੁੱਟ ਦਾ ਕਾਰਨ ਹੈ। ਔਰ ਇਹਨਾਂ ਦੋਵਾਂ ਦੇ ਵਿੱਚ ਇਹ ਲੁਟਾ ਕੇ ਵੀ ਬੰਦੇ ਨੂੰ ਯਕੀਨ ਨਹੀਂ ਹੁੰਦਾ ਕਿ ਸਹੀ ਮੈਨੂੰ ਮਿਲ ਗਿਆ ਉਹਦਾ ਫਲ ਕੇ ਨਹੀਂ ਜੀ। ਜੇ ਸਰਕਾਰ ਸਿੱਖਿਆ ਦੀ ਗਰੰਟੀ ਲੈ ਲਵੇ ਪੰਜਾਬ 'ਚ, ਖਾਸ ਕਰਕੇ ਜੇ ਮਾਪਿਆਂ ਨੂੰ ਇਹ ਯਕੀਨ ਹੋ ਜਾਵੇ ਕਿ ਸਾਡੇ ਜਵਾਕ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਸਰਕਾਰ ਦੀ, ਔਰ ਇੱਕ ਸੁਰਤਾ ਇਕਸਾਰ ਹੋਏਗੀ ਸਾਰਿਆਂ ਦੀ, ਹੈ ਨਾ, ਕੋਈ ਫਰਕ ਨਹੀਂ, ਕੋਈ ਇੱਕੋ ਸਾਰ ਦੇ ਸਕੂਲ ਸਾਰੇ, ਤੇ ਇਸੇ ਤਰ੍ਹਾਂ ਸਿਹਤ ਦੇ ਮਾਮਲੇ 'ਚ ਹੋਵੇ ਕਿ ਸਾਰਿਆਂ ਦਾ ਇਲਾਜ ਇੱਕੋ ਤਰੀਕੇ ਨਾਲ ਹੋਊਗਾ, ਕੋਈ ਮਸਲਾ ਨਹੀਂ ਜੀ। ਪੰਜਾਬ ਤਾਂ ਉਹ ਹੈ ਜਿਹੜਾ ਮਿੱਟੀ 'ਚੋਂ ਸੋਨਾ ਉਗਾਉਂਦਾ। ਫਿਰ ਦੇਖੋ ਇਸ ਸੂਬੇ ਦੇ ਵਿਕਾਸ ਦੇ ਲਈ ਲੋਕ ਕਿੰਨੀ ਜਾਨ ਮਾਲ ਪਾ ਸਕਦੇ ਆ ਜੇ ਇਹਨਾਂ 2 ਫਿਕਰਾਂ ਤੋਂ ਤੁਸੀਂ ਉਹਨਾਂ ਨੂੰ ਲਾਂਭੇ ਕਰ ਦੋ। ਪਰ ਤੁਸੀਂ ਤਾਂ ਆਟਾ ਦਾਲ ਤੇ ਲਾਉਣਾ, ਤੁਸੀਂ ਤਾਂ ਮੁਫਤ ਬਿਜਲੀ ਤੇ ਲਾਉਣਾ, ਤੁਸੀਂ ਤਾਂ ਉਹਨੂੰ ਕਹਿਣਾ ਕਿ ਹਾਂ ਤੂੰ ਤਾਂ ਕਿਰਤੀ ਰਹਿਵੇਂ ਹੀ ਨਾ, ਤੂੰ ਤਾਂ ਸਾਡੇ ਟੁਕੜਿਆਂ ਜੋਗਾ ਰਹਿ ਜਵੇਂ, ਤੁਸੀਂ ਤਾਂ ਇਸ ਤਰੀਕੇ ਦੇ ਲਾ ਰਹੇ ਹੋ, ਤੁਸੀਂ ਤਾਂ ਕਿਰਤ ਕਰਨ ਨੂੰ ਉਹਨੂੰ ਦੂਰ ਲੈ ਕੇ ਜਾ ਰਹੇ ਹੋ। ਪਰ ਇਹ ਜਿਹੜੀ ਯੋਜਨਾ, ਇਹਦੇ ਵਿੱਚ ਕਿਹਾ ਗਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਕਿ ਇਹ ਬਹੁਤ ਅਸੀਂ ਸੋਚ ਸਮਝ ਕੇ ਬੜੀ ਯੋਜਨਾਬੱਧ ਤਰੀਕੇ ਨਾਲ ਲੈ ਕੇ ਆਏ। ਇਹਦੇ ਵਿੱਚ ਕੋਈ ਔਖ ਨਹੀਂ, ਕੋਈ ਨੀਲਾ ਪੀਲਾ ਕਾਰਡ ਨਹੀਂ ਬਣਨਾ, ਕੋਈ ਡਾਕੂਮੈਂਟ ਨਹੀਂ ਜਮਾ ਕਰਾਉਣਾ, ਹੈ ਨਾ, ਕੋਈ ਕਿਸੇ ਦੀ ਮੋਹਰ ਨਹੀਂ ਲਵਾ ਕੇ ਲਾਉਣੀ ਪੰਚ ਸਰਪੰਚ ਦੀ। ਤੁਹਾਡੇ ਹੱਥ 'ਚ ਆਧਾਰ ਕਾਰਡ ਤੇ ਪੰਜਾਬ ਦਾ ਵੋਟਰ ਕਾਰਡ ਜੀ, 2 ਚੀਜ਼ਾਂ ਪੰਜਾਬ ਦੀਆਂ ਚਾਹੀਦੀਆਂ। ਮੁੱਖ ਮੰਤਰੀ ਜੀ ਦੇ ਬੋਲ ਨੇ, ਹੁਣ ਉਹ ਕਿੰਨੇ ਕੁ ਸੱਚੇ ਹੁੰਦੇ ਨੇ, ਕਿੰਨੇ ਕੁ ਪੁੱਗਦੇ ਨੇ, ਅਸੀਂ ਮਾਘੀ ਮੇਲੇ ਵਾਲੇ ਦੇਖ ਚੁੱਕੇ ਹਾਂ ਜੀ। ਜੀ ਸਹੀ ਹੈ, ਇਹ ਵੱਖਰੀ ਗੱਲ ਹੈ। ਪਰ ਫਿਰ ਵੀ ਉਹਨਾਂ ਨੇ ਕਿਹਾ ਕਿ ਵੀ ਇੱਕ ਆਧਾਰ ਕਾਰਡ ਜੇ ਪੰਜਾਬ ਦਾ ਹੈਗਾ, ਦੂਸਰਾ ਜੇ ਪੰਜਾਬ ਦਾ ਵੋਟਰ ਕਾਰਡ ਹੈਗਾ, ਤਾਂ 10 ਲੱਖ ਤੱਕ ਦਾ, ਚਾਹੇ ਦਿਲ ਦੀ ਬਿਮਾਰੀ ਹੈ, ਚਾਹੇ ਹਾਰਟ, ਚਾਹੇ ਕੋਈ ਦਿਮਾਗ ਦੀ ਬਿਮਾਰੀ ਹੈ, ਚਾਹੇ ਕੋਈ ਬੜਾ ਆਪਰੇਸ਼ਨ ਹੈ, ਛੋਟਾ ਆਪਰੇਸ਼ਨ ਹੈ, 10 ਲੱਖ ਤੱਕ ਦਾ ਇਲਾਜ ਉਹਦਾ ਸਰਕਾਰੀ ਤੋਂ ਲੈ ਕੇ ਪ੍ਰਾਈਵੇਟ ਹਸਪਤਾਲਾਂ 'ਚ ਮੁਫਤ ਹੋਊਗਾ। ਮਤਲਬ ਉਹਦਾ ਕਹਿਣ ਤੋਂ ਭਾਵ 65 ਲੱਖ ਤੋਂ ਵੱਧ ਪਰਿਵਾਰ ਵਿੱਚ ਕਵਰ ਹੁੰਦੇ ਆ। ਕਹਿੰਦੇ 3 ਕਰੋੜ ਤੋਂ ਵੱਧ ਪੰਜਾਬੀ ਆ ਗਏ, ਜਨਗਣਨਾ 'ਚ ਵੱਧ ਜਾਣੇ ਆ ਹੋਰ, ਮਤਲਬ, ਹੈ ਨਾ, ਤੇ ਉਹਦੇ ਬਾਹਰੀ ਵੀ ਜਿੰਨੇ ਹੈਗੇ ਉਹ ਸਾਰਾ। ਹੁਣ SIR 'ਚ ਕੀ ਹੁੰਦਾ, ਇਹ ਨਵਾਂ ਡਰਾਮਾ ਜੇ ਪੰਜਾਬ ਨੇ ਚੱਲਣਾ। ਹੁਣ ਇਸ ਐਲਾਨ ਦੇ ਨਾਲ ਇੱਕ ਸੁਖਾਵਾਂ ਪਲ ਲੱਗਿਆ ਕਿ ਲੋਕਾਂ ਨੂੰ ਸਿਹਤ ਪੱਖੋਂ, ਕਿਉਂਕਿ ਕੇਜਰੀਵਾਲ ਜੀ ਉੱਥੇ ਕਹਿ ਰਹੇ ਸੀ ਪੰਜਾਬੀ ਲੋਕ ਹੁਣ ਇਲਾਜ ਖਣੋ ਨਹੀਂ ਮਰਨਗੇ। ਵੈਸੇ ਤਾਂ ਆਮ ਤੌਰ ਤੇ ਕੇਜਰੀਵਾਲ ਜੀ ਮੁੱਖ ਮਹਿਮਾਨ ਬਣ ਕੇ ਆਉਂਦੇ ਨੇ ਸਰਕਾਰੀ ਸਮਾਗਮਾਂ 'ਚ, ਇਸ ਲਈ ਫਿਰ ਮੁੱਖ ਮਹਿਮਾਨ ਨੇ ਸਭ ਤੋਂ ਅਖੀਰ 'ਚ ਬੋਲਣਾ ਹੁੰਦਾ, ਇਹ ਵੀ ਦਿਖਾਉਣਾ ਹੁੰਦਾ ਕਿ ਮੈਂ ਤੁਹਾਡੇ ਮੁੱਖ ਮੰਤਰੀ ਤੋਂ ਵੱਡਾ। ਸਹੀ ਹੈ, ਨਹੀਂ ਤਾਂ ਸਰਕਾਰੀ ਸਿਹਤ ਤੇ ਸੰਵਿਧਾਨਕ ਉਹਦਾ ਵੱਡਾ ਮੁੱਖ ਮੰਤਰੀ ਦਾ ਹੀ ਹੈ। ਸੋ ਕੇਜਰੀਵਾਲ ਅਖੀਰ 'ਚ ਬੋਲਦੇ ਹੁੰਦੇ ਸੀ, ਪਰ ਉਹਨਾਂ ਨੇ ਫਾਰਮੂਲਾ ਬਦਲ ਲਿਆ। ਹੁਣ ਇਹ ਨਹੀਂ ਗਾ ਕਿ ਉਹਨਾਂ ਨੂੰ ਸੰਵਿਧਾਨ ਚੇਤੇ ਆ ਗਿਆ ਇਸ ਲਈ ਉਹ ਭਗਵੰਤ ਮਾਨ ਤੋਂ ਪਹਿਲਾਂ ਬੋਲਣ ਲੱਗ ਗਏ। ਨਹੀਂ, ਉਹਨਾਂ ਨੇ ਦੇਖਿਆ ਕਿ ਮੈਨੂੰ ਸੁਣਨ ਲਈ ਭੀੜ ਰੁਕਦੀ ਹੋ ਨਹੀਂ। ਭਗਵੰਤ ਮਾਨ ਦੇ ਬੋਲਣ ਤੋਂ ਬਾਅਦ ਭੀੜ ਉੱਠ ਕੇ ਚੱਲ ਜਾਂਦੀ ਹੈ, ਲੋਕ ਮੈਨੂੰ ਤਾਂ ਸੁਣਦੇ ਨਹੀਂ, ਇਸ ਲਈ ਉਹ ਭਗਵੰਤ ਮਾਨ ਤੋਂ ਪਹਿਲਾਂ ਬੋਲਣ ਲੱਗ ਪਏ। ਸਹੀ ਹੈ।
ਸੋ ਕੇਜਰੀਵਾਲ ਜੀ ਦੇ ਕਹਿਣ ਅਨੁਸਾਰ ਕਿ ਇਹ ਪੰਜਾਬ ਦੇ ਵਿੱਚ ਨਵੀਂ ਸਿਹਤ ਕ੍ਰਾਂਤੀ ਹੈ। ਵੈਸੇ ਤਾਂ ਇਹ ਕਹਿੰਦੇ ਸੀ ਸਿਹਤ ਵਾਲੇ ਮਾਮਲੇ 'ਚ ਅਸੀਂ PhD ਕੀਤੀ ਹੋਈ ਹੈ, ਸਿੱਖਿਆ ਕ੍ਰਾਂਤੀ ਕਿਵੇਂ ਪਖਾਨਿਆਂ 'ਚ ਬੜੀ, ਯੁੱਧ ਨਸ਼ਿਆਂ ਵਿਰੁੱਧ ਦਾ ਸੱਚ ਕੀ ਆ, ਹੈ ਨਾ, ਤੇ ਮਤਲਬ ਕਿ ਸਿਹਤ ਦੇ ਮਾਮਲੇ ਤੇ ਮੁਹੱਲਾ ਕਲੀਨਿਕਾਂ ਦਾ ਹਾਲ ਕੀ ਆਪਾਂ ਸਾਰੇ ਜਾਣਦੇ ਹਾਂ। ਸੋ ਇਸ ਲਈ ਹੁਣ ਇਸ ਤਰੀਕੇ ਨਾਲ ਯੋਜਨਾ ਨੂੰ ਮੰਨਿਆ ਜਾ ਰਿਹਾ ਕਿ ਇਹ 227 ਦੇ ਲਈ ਏਜੰਡਾ ਹੈ। ਇਹ ਸਿਰਫ ਤੇ ਸਿਰਫ ਸਾਲ ਦੇ ਲਈ ਹੈ ਫਾਰਮੂਲਾ। ਉਹ ਤੋਂ ਬਾਅਦ ਹੋ ਸਕਦਾ ਹੈ ਕਿ 4 ਮਹੀਨੇ ਪਹਿਲਾਂ ਹਸਪਤਾਲ ਇਲਾਜ ਕਰਨ ਨੂੰ ਹੀ ਬੰਦ ਕਰ ਦੇਣ ਕਿ ਬਾਈ ਪੈਸੇ ਕੌਣ ਦਊਗਾ ਬਾਅਦ ਚ ਜੇ ਸਰਕਾਰ ਬਦਲ ਗਈ ਜਾਂ ਕੁਝ ਹੋ ਗਿਆ। ਮੈਂ ਉੱਥੇ ਤੱਕ ਜਾਣ ਦੀ ਬਜਾਏ, ਮੈਂ ਕਹਿੰਦਾ ਹਸਪਤਾਲਾਂ ਦੇ ਸ਼ੰਕੇ ਸ਼ੋਭੇ ਕਰਨ ਦੀ ਬਜਾਏ, ਮੇਰਾ ਸਵਾਲ ਸਿਰਫ ਸਰਕਾਰ ਨੂੰ ਦੋ ਹੈ। ਇੱਕ ਤਾਂ ਸਰਕਾਰ ਇਹ ਜ਼ਰੂਰ ਦੱਸ ਦੇਵੇ ਕਿ ਉਹਨੇ ਇਹ ਯੋਜਨਾ ਲਿਆਉਣ ਤੋਂ ਪਹਿਲਾਂ ਪੰਜਾਬ ਦਾ ਕੋਈ ਡਾਟਾ ਤਿਆਰ ਕੀਤਾ ਕਿ ਐਵਰੇਜ ਕਿੰਨੇ ਲੋਕ ਬਿਮਾਰ ਹੁੰਦੇ ਨੇ, ਕਿੰਨੇ ਮੁੱਢਲੀ ਦਵਾਈ ਲੈ ਕੇ ਠੀਕ ਹੋ ਜਾਂਦੇ ਨੇ, ਕਿੰਨੇ ਵੱਡੇ ਆਪਰੇਸ਼ਨ ਹੁੰਦੇ ਨੇ, ਕਿੰਨੇ ਛੋਟੇ ਆਪਰੇਸ਼ਨ ਹੁੰਦੇ ਨੇ, ਐਵਰੇਜ ਕੀ ਹੈ, ਕਿੰਨੇ ਲੋਕ ਇਲਾਜ ਪਿੱਛੋਂ ਰਹਿ ਜਾਂਦੇ ਨੇ ਵੱਡੇ ਆਪਰੇਸ਼ਨਾਂ ਦੇ ਲਈ। ਉਹ ਸਾਰੇ ਡਾਟੇ ਦੇ ਆਧਾਰ ਤੇ। ਦੂਜਾ ਸਵਾਲ ਮੇਰਾ ਇਹ ਕਿ ਬਜਟ ਕਿੰਨਾ ਰੱਖਿਆ ਇਹਦੇ ਲਈ, ਪੈਸਾ ਕਿੱਥੋਂ ਆਉਣਾ? ਸਹੀ ਹੈ, ਕਰਦੇ ਹੀ ਚੱਕਣਾ ਸਾਡੇ ਹੀ ਸਿਰ ਤੇ, ਸਾਡੀਆਂ ਜੁੱਤੀਆਂ ਸਾਡੇ ਸਿਰ। ਇਹ ਦੋ ਚੀਜ਼ਾਂ ਦਾ ਸਰਕਾਰ ਜਵਾਬ ਦੇ ਕੇ ਯਕੀਨ ਬਣਾ ਲਵੇ, ਨਹੀਂ ਤਾਂ ਫਿਰ ਇਹ ਸਿੱਖਿਆ ਕ੍ਰਾਂਤੀ ਵਾਂਗੀ ਸਿਹਤ ਕ੍ਰਾਂਤੀ ਹੋਊਗੀ, ਦੇਖ ਲਿਓ ਤੁਸੀਂ। ਜੀ ਸਹੀ ਹੈ। ਤੇ ਅਗਲੀ ਗੱਲ ਕਰੀਏ ਰਾਣੇ ਰਣਬੀਰ ਦੇ ਨਾਟਕ ਦੀ। ਕਹਿੰਦੇ ਕਾਂਗਰਸੀ ਖੇਡਣਗੇ ਹੁਣ ਬੰਦੇ ਬਣੋ ਬੰਦੇ, ਕਾਂਗਰਸੀ ਵੋਟਾਂ ਪਾਉਣਗੇ ਕਿ ਨਾਟਕ ਖੇਡਣਗੇ ਜੀ? ਦੇਖੋ ਨਾਟਕੇ ਖੇਡਦੀ ਹੈ ਜੀ, ਸਿਆਸਤ ਹੋਰ ਕਰਦੀ ਕੀ ਹੈ? ਕਰਦੀ ਕੀ ਹੈ, ਸਹੀ ਹੈ, ਬਿਲਕੁਲ ਜੀ। ਰਾਣਾ ਰਣਵੀਰ ਉਹਦੀ ਅੱਜ ਕੱਲ ਪੰਜਾਬ ਦੌਰੇ ਤੇ ਨੇ ਤੇ ਉਹ ਇੱਕ ਨਾਟਕ ਖੇਡ ਰਹੇ ਨੇ, ਬੰਦੇ ਬਣੋ ਬੰਦੇ। ਚੰਡੀਗੜ੍ਹ 'ਚ ਵੀ ਹੈ, ਪਟਿਆਲੇ ਵੀ ਹੈ, ਹੋਰ ਥਾਵਾਂ ਤੇ, ਬਹੁਤ ਥਾਵਾਂ ਤੇ ਹੋ ਰਿਹਾ ਲਗਾਤਾਰ। ਸੋ ਮੈਨੂੰ ਲੱਗਦਾ ਹਾਈ ਕਮਾਂਡ ਨੇ ਵੀ ਫਿਰ ਕਾਂਗਰਸ ਸੱਦੀ ਸੀ ਦਿੱਲੀ ਤੇ, ਉਹਨਾਂ ਨੂੰ ਇਹੀ ਕਿਹਾ ਬੰਦੇ ਬਣੋ ਬੰਦੇ। ਤੇ ਉੱਥੋਂ ਫਿਰ ਇਹ ਗੱਲ ਤੁਰੀ ਕਿ ਹੁਣੇ ਆ ਕੇ ਨਾਟਕ ਖੇਡ ਲੈਣਗੇ ਬੰਦੇ ਬਣੋ ਵਾਲਾ, ਇਹ ਬੰਦੇ ਬਣ ਜਾਣਗੇ। ਇੱਕ ਗੱਲ ਚੰਗੀ ਹੋਈ ਇਹ ਸਾਰੇ ਕਲੇਸ਼ ਦੇ ਵਿੱਚ, ਜੀ ਜੀ, ਉਹ ਚੰਗੀ ਰਾਜਾ ਵੜਿੰਗ ਲਈ ਹੋਈ ਕਿ ਮੈਨੂੰ ਲੱਗਦਾ ਕਿ ਰਾਜਾ ਵੜਿੰਗ ਨੂੰ ਪੰਜਾਬ ਆਉਂਦੇ ਹੀ ਸਭ ਤੋਂ ਪਹਿਲਾਂ ਚਰਨਜੀਤ ਚੰਨੀ ਦਾ ਧੰਨਵਾਦ ਕਰਨਾ ਚਾਹੀਦਾ। ਸਹੀ ਗੱਲ। ਚੰਨੀ ਕਰਕੇ ਰਾਜਾ ਵੜਿੰਗ ਦੀ ਕੁਰਸੀ ਬਚ ਗਈ, ਚੰਨੀ ਕਰਕੇ ਰਾਜਾ ਵੜਿੰਗ ਦੀ ਪ੍ਰਧਾਨਗੀ ਬਚ ਗਈ। ਹੁਣ ਵੈਸੇ ਤਾਂ ਕਾਂਗਰਸ 'ਚ ਕਲਚਰ ਰਿਹਾ ਇਹ ਲਗਭਗ ਕਿ ਪ੍ਰਧਾਨ ਹੀ ਮੁੱਖ ਮੰਤਰੀ ਦਾ ਉਮੀਦਵਾਰ ਬਣ ਜਾਂਦਾ ਹੈ, ਪਰ ਰਾਜਾ ਵੜਿੰਗ ਮੁੱਖ ਮੰਤਰੀ ਦਾ ਉਮੀਦਵਾਰ ਤਾਂ ਨਹੀਂ ਬਣ ਸਕਦਾ। ਪਰ ਚੋਣਾਂ ਤੱਕ ਪ੍ਰਧਾਨਗੀ ਬਚੀ ਰਹਿਣ ਦੀ ਸੰਭਾਵਨਾ ਬਣ ਗਈ ਹੈ, ਜਿਹੜਾ ਜਨਵਰੀ ਫਰਵਰੀ ਛੁੱਟੀ ਹੋਣੀ ਸੀ। ਇਹ ਬੈਠਕਾਂ ਨਵਾਂ ਪ੍ਰਧਾਨ ਲਾਉਣ ਲਈ, ਚੋਣ ਇੰਚਾਰਜ ਲਾਉਣ ਲਈ ਹੋਣੀਆਂ ਸੀ ਕਿ ਆ ਮਾਮਲੇ ਨੇ ਜਿਹੜਾ ਜੀ ਜਾਤ ਵਾਲਾ ਮਾਮਲਾ ਆ ਗਿਆ ਜੀ ਪਾਤਲਾ, ਜਦੋਂ ਕਿ ਚਰਨਜੀਤ ਚੰਨੀ ਨੇ ਐਸੀ ਵਿੰਗ ਦੇ ਅੰਦਰ ਮੀਟਿੰਗ 'ਚ ਆਪਣੀ ਗੱਲ ਕਹੀ ਸੀ, ਔਰ ਉਹ ਮੀਟਿੰਗ ਆਪਣੇ ਹੀ ਇਸੇ ਭਾਈਚਾਰੇ ਦੇ ਮਸਲਿਆਂ ਨੂੰ ਵਿਚਾਰਨ ਲਈ ਸੀ ਪਾਰਟੀ ਪੱਧਰ ਤੇ। ਤੇ ਪਰ ਰਾਜਾ ਵੜਿੰਗ ਔਰ ਉਹਦੀ ਧਿਰ ਨੇ ਉਸ ਨੂੰ ਜੱਟ ਬਨਾਮ ਦਲਿਤ ਬਣਾ ਕੇ ਪੇਸ਼ ਕਰਨ ਦੀ ਕਵਾਇਦ ਕੀਤੀ ਤੇ ਰਾਹੁਲ ਗਾਂਧੀ ਕੋਲ ਸ਼ਿਕਾਇਤ ਦੇ ਰੂਪ 'ਚ ਲੈ ਕੇ ਗਏ। ਤੇ ਰਾਜਾ ਵੜਿੰਗ ਆਪ ਵੀ ਕਾਫੀ ਚਰਚਾ 'ਚ ਰਹਿੰਦੇ ਨੇ। ਭਗਵੰਤ ਮਾਨ ਤਾਂ ਉਹਨਾਂ ਦਾ ਵੀ ਕਹਿ ਰਹੇ ਸੀ ਕਿ 12/5/48 ਵਾਲਿਆਂ ਦਾ ਵੀ ਇਲਾਜ ਹੁਣ 10 ਲੱਖ ਵਾਲੀ ਸਕੀਮ 'ਚ ਹੋਊਗਾ, ਉਹ ਤਾਂ ਉੱਥੇ ਵੀ ਇਸ਼ਾਰਾ ਕਰ ਰਹੇ ਸੀ। ਸੋ ਇਸ ਲਈ ਸਭ ਤੋਂ ਵੱਧ ਡਰ ਚੰਨੀ ਨਾਲੋਂ ਵੀ ਵੱਧ ਮਸਲਾ ਰਾਜਾ ਵੜਿੰਗ ਦਾ ਸੀ ਕਿ ਪ੍ਰਧਾਨਗੀ ਗਵਾ ਕੇ ਤਾਂ ਨਹੀਂ ਆ ਜਾਣਗੇ, ਕਿਉਂਕਿ ਤੈਅ ਸੀ ਕਿ ਜਨਵਰੀ ਫਰਵਰੀ 'ਚ ਬਦਲ ਜਾਣਾ। ਜੀ ਸਹੀ। ਸੋ ਸਾਰੀ ਕਵਾਇਦ ਉਸੇ ਲਈ ਸੀ। ਹੁਣ ਇਹ ਕਈ ਵਾਰ ਦਾ ਹੁੰਦਾ ਹੈ, ਸਿੱਧਾ ਪੈ ਜਾਵੇ ਪੁੱਠਾ ਪੈ ਜਾਵੇ। ਹੁਣ ਪਤਾ ਨਹੀਂ ਇਹ ਚੰਨੀ ਲਈ ਦਾ ਸਿੱਧਾ ਪਿਆ ਕਿ ਪੁੱਠਾ ਪਿਆ, ਇਹ ਮਾਂਵਾਦੀ ਕਿਸੇ ਲਈ ਸਵਾਦੀ ਪਤਾ ਨਹੀਂ, ਅਗਲੀ ਵਾਰ ਲਈ ਫਾਇਦਾ ਹੋ ਜਾਵੇ ਨੁਕਸਾਨ ਹੋ ਜਾਵੇ। ਪਰ ਕੱਲ ਵਾਲੀ ਬੈਠਕ 'ਚ ਲਗਭਗ ਸਾਰਿਆਂ ਦੀ ਕਲਾਸ ਲੱਗੀ ਹੈ ਜੀ। ਬੜੇ ਚੋਣਵੇਂ ਲੀਡਰ ਬੁਲਾਏ ਸੀ ਦਿੱਲੀ ਦੇ ਵਿੱਚ, ਖੜਗੇ ਉਹਨਾਂ ਦੇ ਘਰੇ ਉਹਨਾਂ ਦੀ ਪ੍ਰਧਾਨਗੀ 'ਚ ਬੈਠਕ ਹੁੰਦੀ ਹੈ। ਰਾਹੁਲ ਗਾਂਧੀ ਮੌਜੂਦ ਰਹਿੰਦੇ ਨੇ, KC ਵੇਣੂਗੋਪਾਲ ਤੇ ਅੰਬਿਕਾ ਸੋਨੀ ਹਾਜ਼ਰ ਰਹਿੰਦੀ ਹੈ। ਪੰਜਾਬ ਦੇ ਮਾਮਲੇ 'ਚ ਅੰਬਿਕਾ ਸੋਨੀ ਨੂੰ ਤਾਂ ਜਿਵੇਂ PhD ਕਰਾਈ ਹੋਈ ਹੈ, ਉਹ ਤਾਂ ਪੱਕੀ ਹੁੰਦੀ ਹੈ। ਸੋ ਉਹ ਤੇ ਫਿਰ ਉਹ ਤੋਂ ਇਲਾਵਾ ਮਤਲਬ ਵਿਰੋਧੀ ਧਿਰ ਦੇ ਲੀਡਰ ਮਤਲਬ ਪ੍ਰਤਾਪ ਬਾਜਵਾ, ਪ੍ਰਧਾਨ ਰਾਜਾ ਵੜਿੰਗ, ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਵਿਜੇਂਦਰ ਸਿੰਗਲਾ, ਰਾਣਾ KP ਸਿੰਘ ਤੇ ਡਾਕਟਰ ਅਮਰ ਸਿੰਘ। ਸੋ ਮਤਲਬ ਜਦੋਂ ਦਰਜਨਕ ਬੰਦੇ ਹੋਣ ਤਾਂ 1 to 1 ਹੋ ਜਾਂਦੀ ਹੈ। ਕੱਲੇ ਕੱਲੇ ਦੀ ਗੱਲ ਸੁਣੀ ਗਈ ਹੋਣੀ, ਕੱਲੇ ਕੱਲੇ ਨੂੰ ਗੱਲ ਕਹੀ ਗਈ ਹੋਣੀ। ਜੀ ਜੀ। ਸੋ ਜੋ ਜਾਣਕਾਰੀ ਮਿਲੀ ਉਹਦੇ ਅਨੁਸਾਰ ਲਗਭਗ ਇਹ ਤੈਅ ਹੋਇਆ ਕਿ ਇੱਕ ਤਾਂ ਮੀਡੀਆ 'ਚ, ਸੋਸ਼ਲ ਮੀਡੀਆ 'ਚ ਟਿੱਪਣੀਆਂ ਕਰਨੀਆਂ, ਬਿਆਨ ਦੇਣੇ, ਇੱਕ ਦੂਜੇ ਦੇ ਖਿਲਾਫ ਬਿਆਨ ਦੇਣੇ ਬੰਦ ਕਰੋ। ਬੋਲਣਾ ਤਾਂ ਦੂਜਿਆਂ ਦੇ ਖਿਲਾਫ ਬੋਲੋ, ਲੜਨਾ ਤਾਂ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਲੜੋ। ਨਰੇਗਾ ਤੋਂ ਥੋਤੋਂ ਲੜਾਈ ਬਣ ਨਹੀਂ ਰਹੀ, ਰਾਹੁਲ ਗਾਂਧੀ ਸਾਰੇ ਦੇਸ਼ 'ਚ ਝੰਡਾ ਚੁੱਕੀ ਤੁਰ ਰਿਹਾ। ਸੋ ਇਸ ਤਰੀਕੇ ਕਾਰਨ ਵੀ ਕਲਾਸ ਲੱਗੀ ਤੇ ਫਿਰ ਇਹ ਵੀ ਤਾੜਨਾ ਹੋਈ ਕਿ ਹੁਣ ਜਾ ਕੇ ਕੋਈ ਬਿਆਨਬਾਜ਼ੀ ਨਹੀਂ ਕਰਨੀ,
ਇਕੱਠੇ ਦਿਖਣੇ ਚਾਹੀਦੇ ਹੋ। ਮੈਨੂੰ ਨਹੀਂ ਲੱਗਦਾ ਕਿ ਇਹ ਇੰਨਾ ਕਸਰ ਕਰੂਗਾ। ਠੀਕ ਹੈ, ਉੱਥੋਂ ਗਵਾਰਾ ਭਰ ਕੇ ਭੇਜਤਾ ਉਹਨਾਂ ਨੇ ਕਿ ਲਓ ਵੀ ਉੜਦੇ ਫਿਰੋ ਪੰਜਾਬ 'ਚ, ਉੱਪਰੋਂ ਰਬੜ ਪਾ ਕੇ ਰੱਸੀ ਬੰਨ ਕੇ ਭੇਜਤੀ। ਮਾੜੀ ਜੀ ਕੋਈ ਤਿੱਖੀ ਚੀਜ਼ ਵੱਜੀ ਤੇ ਗਵਾਰਾ ਜਦੇ ਫੁੱਟਣਾ। ਇਹ ਕਾਂਗਰਸੀਆਂ ਦੀ ਹਵਾ ਜਦੇ ਨਿਕਲ ਜਾਣੀ ਹੈ, ਪਟਾਕਾ ਜਦੇ ਬੋਲ ਜਾਣਾ। ਇੱਕ ਦੋ ਦਿਨਾਂ 'ਚ ਦੇਖਿਓ ਬੋਲੇ ਖੜੇ। ਬਾਹਰ ਪੁੱਛ ਰਹੇ ਸੀਗੇ ਮੀਡੀਆ ਵਾਲੇ ਪ੍ਰਤਾਪ ਬਾਜਵੇ ਨੂੰ ਕਿ ਜੀ ਕੀ ਕਹਿਣਾ ਚਾਹੁੰਦੇ, ਉਹ ਕਹਿੰਦੇ ਯਾਰ ਹੁਣ ਤਾਂ ਕਹਿ ਕੇ ਭੇਜਿਆ ਕਿ ਬੋਲਣਾ ਨਹੀਂ ਕੁਛ, ਤੁਸੀਂ ਹੁਣੇ ਕਹੀ ਜਾਂਦੇ ਹੋ। ਰਾਜਾ ਬੜਿੰਗ ਕਹਿੰਦਾ ਇੱਕ ਦੋ ਦਿਨ ਰੁਕ ਜਾਓ ਜੀ ਫਿਰ ਕਰਾਂਗੇ। ਸਵੇਰ ਸਰੀ ਰਹਿ ਨਹੀਂ ਹੁੰਦਾ। ਪਰ ਫਿਰ ਵੀ ਰਾਜਾ ਬੜਿੰਗ ਦੇ ਲਈ ਇਹ ਮੀਟਿੰਗ ਝਾੜਾਂ ਦੇ ਬਾਵਜੂਦ ਵੀ ਲਾਹੇਵੰਦ ਰਹੀ ਹੈ, ਉਹਦੀ ਪ੍ਰਧਾਨਗੀ ਬਚ ਗਈ ਹੈ। ਪਰ ਮੁੱਖ ਮੰਤਰੀ ਦੇ ਉਮੀਦਵਾਰ ਕੌਣ ਹੋਊਗਾ ਇਹਨੂੰ ਲੈ ਕੇ ਦਾਅਵਾ ਹੈਗਾ ਜੀ, ਇਹਨੂੰ ਲੈ ਕੇ ਮਸਲਾ ਹੈਗਾ। ਸੁਖਜਿੰਦਰ ਰੰਧਾਵਾ ਵੀ ਉੱਥੇ ਸੱਚੇ ਪੁੱਤ ਬਣਨ ਦੀ ਕੋਸ਼ਿਸ਼ ਕਰਦੇ ਦਿਖਦੇ ਨੇ। ਚਰਨਜੀਤ ਚੰਨੀ ਵੀ ਹਾਈ ਕਮਾਂਡ ਦੇ ਨੇੜਲੇ ਜੋ ਅਜੇ ਵੀ ਮੰਨੇ ਜਾਂਦੇ ਨੇ। ਬਲਜਿੰਦਰ ਸਿੰਘਲਾ, ਰਾਣਾ KP ਇਸ ਉਮੀਦ ਨਾਲ ਬੈਠੇ ਨੇ ਕਿ ਜੇ ਮਤਲਬ ਕਾਂਗਰਸ ਨੇ ਆਪਣੀ ਗਲਤੀ ਸੁਧਾਰਨੀ ਚਾਹੀ ਕਿ ਜਾਖੜ ਵਾਲੀ ਦੁਬਾਰਾ ਨਾ ਹੋ ਜਾਵੇ, ਸ਼ਾਇਦ ਸਾਡੇ ਚੋਂ ਕਿਸੇ ਦੀ ਵਾਰੀ ਆ ਜਾਵੇ। ਡਾਕਟਰ ਅਮਰ ਸਿੰਘ ਬਾਰੇ ਚਰਚਾ ਤੁਰਦੀ ਹੈ ਕਿ ਉਹਨਾਂ ਨੂੰ ਸਾਰੀਆਂ ਤਰ੍ਹਾਂ ਪ੍ਰਮਾਣ ਕਰ ਸਕਦੀਆਂ ਨੇ। ਇਹਦਾ ਮਤਲਬ ਕੀ ਚੰਨੀ ਦਾ ਬਦਲ ਵੀ ਲੱਭ ਰਹੀ ਹੈ ਪਾਰਟੀ? ਇਹ ਵੀ ਸਵਾਲ ਹੈਗਾ, ਹੈ ਨਾ। ਤੇ ਇਹਨਾਂ ਸਾਰਿਆਂ ਦੇ ਵਿੱਚ ਰਾਜਨੀਤਿਕ ਸਟੇਜਾਂ ਤੇ ਜਿਵੇਂ ਪੇਸ਼ ਹੁੰਦੇ ਨੇ ਪ੍ਰਤਾਪ ਬਾਜਵਾ, ਸਰਕਾਰ ਆਉਣ ਤੇ ਇਹਨੂੰ ਅੰਦਰ ਕਰ ਦਿਆਂਗੇ, ਉਹਨੂੰ ਅੰਦਰ ਕਰ ਦਿਆਂਗੇ, ਉਹ ਇੰਝ ਦਿਖਾਉਂਦੇ ਨੇ ਕਿ ਮੈਂ ਸਰਕਾਰ ਚਲਾਉਣੀ ਹੈ। ਮੀਟਿੰਗ ਜਾਣ ਲੱਗਿਆ ਜਿਵੇਂ ਉਹ ਫਾਈਲ ਨਾਲ ਲੈ ਕੇ ਜਾਂਦੇ ਨੇ, ਉਹ ਦਿਖਾਉਂਦੇ ਨੇ ਕਿ ਮੇਰੇ ਨਾਲ ਹੀ ਮੀਟਿੰਗ ਆ, ਬਾਕੀ ਤਾਂ ਉਹ ਮੈਂਬਰੇ ਨੇ। ਸੋ ਉਹ ਤਰੀਕਾ ਕਰੋ, ਆਪਣੇ ਆਪ ਨੂੰ ਪਹਿਲਾਂ ਹੀ ਪੇਸ਼ ਕਰ ਰਹੇ ਨੇ ਲੋਕਾਂ ਮੂਹਰੇ ਵੀ, ਤੇ ਹਰ ਮਸਲੇ ਤੇ ਟਿੱਪਣੀ ਕਰਨ ਤੋਂ ਬਚਦਿਆਂ ਹੋਏ ਉਹ ਹਾਈ ਕਮਾਂਡ ਨੂੰ ਵੀ ਕੁਝ ਰੱਖਣ ਦੀ ਕਵਾਇਦ ਨੇ। ਉਹ ਮੁੱਖ ਮੰਤਰੀ ਦੇ ਦਾਅਵੇਦਾਰ ਬਣਨਾ ਚਾਹੁੰਦੇ ਨੇ। ਅਮਰਿੰਦਰ ਸਿੰਘ ਵਾਂਗ ਉਹ ਭੀੜੀ ਪਜਾਮੀ ਪਾ ਕੇ ਸੋਚਦੇ ਨੇ ਕਿ ਮੈਂ ਰਾਜਾ ਬਣਿਆ ਖੜਿਆ। ਇਹ ਤਾਂ ਪੰਜਾਬ ਨੇ ਤੈਅ ਕਰਨਾ ਰਾਜਾ ਕੌਣ ਬਣੂਗਾ ਤੇ ਕਦੋਂ ਬਣੂਗਾ। ਪਰ ਦੇਖਦੇ ਹਾਂ ਜੀ ਪਾਰਟੀ ਕਿਹਨੂੰ ਮੂਹਰੇ ਲਾਉਂਦੀ ਹੈ। ਬਿਲਕੁਲ ਜੀ। ਤੇ ਅਗਲੀ ਗੱਲ ਕਰੀਏ ਇਸੇ ਤਰ੍ਹਾਂ ਹੀ ਪੰਜਾਬ ਦੀ ਖੇਤਰੀ ਪਾਰਟੀ ਦੀ ਪੁਨਰ ਸੁਰਜੀਤ ਅਕਾਲੀ ਦਲ ਦੀ। ਜਥੇਦਾਰ ਸਾਹਿਬ ਕਹਿੰਦੇ ਕਿ ਇਦਾਂ ਨਹੀਂ ਛੱਡਦੇ ਪ੍ਰਧਾਨਗੀ, ਉਹਨਾਂ ਦੇ ਬਾਰੇ ਗੱਲਾਂ ਚੱਲ ਰਹੀਆਂ ਨੇ ਜੀ। ਦੇਖੋ, ਕੱਲ ਗੰਭੀਰ ਬੈਠਕ ਹੋਈ ਹੈ। ਪੁਨਰ ਸੁਰਜੀਤ ਦੀ ਚੰਡੀਗੜ੍ਹ 'ਚ ਸੀ, ਕਾਂਗਰਸੀਆਂ ਦੀ ਦਿੱਲੀ ਸੀ ਜੀ। ਤੇ ਪੁਨਰ ਸੁਰਜੀਤ ਦੀ ਬੈਠਕ ਦੇ ਵਿੱਚ ਗੱਲ ਤਾਂ ਉੱਥੋਂ ਹੀ ਸ਼ੁਰੂ ਹੋਈ ਕਿ ਭੰਗ ਕਰ ਲਈਏ ਸਾਰਾ ਢਾਂਚਾ। ਕਿਉਂਕਿ ਪਿਛਲੇ ਦਿਨਾਂ 'ਚ ਆਪਾਂ ਗੱਲ ਕੀਤੀ ਸੀ, ਗਿਆਨੀ ਹਰਪ੍ਰੀਤ ਸਿੰਘ ਤੋਂ ਇਲਾਵਾ ਹੀ ਕੁਝ ਲੀਡਰਾਂ ਨੇ ਬੈਠਕ ਕਰਕੇ ਤੈਅ ਕਰ ਲਿਆ ਸੀ ਕਿ ਆਪਾਂ ਭੰਗ ਕਰਕੇ ਅੱਗੇ ਵਧੀਏ। ਇਸ ਬੈਠਕ 'ਚ ਗਿਆਨੀ ਹਰਪ੍ਰੀਤ ਸਿੰਘ ਹਾਜ਼ਰ ਸੀ। ਅਸਲ 'ਚ ਉਹਨਾਂ ਨੂੰ ਲੱਗ ਰਿਹਾ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਇੰਨੇ ਤਪ ਚੁੱਕੇ ਨੇ, ਹੁਣ ਉਹ ਆ ਕੇ ਕਹਿਣਗੇ ਭਾਈ ਆਹ ਅਸਤੀਫਾ ਚੱਕੋ, ਜਿਹਨੇ ਚਲਾਉਣਾ ਚਲਾ ਲਓ। ਪਰ ਗਿਆਨੀ ਹਰਪ੍ਰੀਤ ਸਿੰਘ ਨੇ ਲੰਘੇ 2 ਦਿਨ ਪਹਿਲਾਂ ਇੱਕ ਇਕੱਠ ਦੇ ਵਿੱਚ ਕਿਹਾ ਕਿ ਬਈ ਟਿਕਟਾਂ ਅਸੀਂ ਨੌਜਵਾਨਾਂ ਨੂੰ ਦੇਵਾਂਗੇ, ਔਰਤਾਂ ਨੂੰ ਵੀ ਦੇਵਾਂਗੇ, ਇੰਨੇ %, 40% ਨੌਜਵਾਨ, 33% ਬੀਬੀਆਂ। ਤੇ ਉਹਦਾ ਟਿਕਟਾਂ ਵੰਡ ਰਹੇ ਨੇ ਜੀ। ਇਹਦਾ ਤਾਂ ਜਿਹੜਾ ਬੰਦਾ ਟਿਕਟਾਂ ਵੰਡ ਰਿਹਾ, ਐਲਾਨ ਕਰ ਰਿਹਾ, ਉਹ ਐ ਪ੍ਰਧਾਨਗੀ ਦੇ ਛੱਡ ਕੇ ਚੱਲਿਆ ਫਿਰ। ਤੇ ਕਹਿੰਦੇ ਮੀਟਿੰਗ 'ਚ ਗੱਲ ਆ ਗਈ ਕਿ ਵੀ ਕਰੀਏ, ਕੋਈ ਹੋਰ ਪ੍ਰਧਾਨ ਲਾ ਲਈਏ, ਕਾਰਜਕਾਰੀ ਲਾ ਲਈਏ, ਕੁਛ ਕਰ ਲਈਏ, ਹੈ ਨਾ। ਪ੍ਰਧਾਨ ਜੀ ਤੁਹਾਡੇ ਕਰਕੇ ਖਾਸਾ ਔਖਾ ਹੋ ਜਾਂਦਾ ਹੈ, ਤੁਸੀਂ ਤਾਂ BJP ਵਾਲਿਆਂ ਨੂੰ ਸ਼ਰੇਆਮ ਮਿਲਦੇ ਫਿਰੀ ਜਾਂਦੇ ਹੋ, ਫੋਟੋਆਂ, ਹਾਸਾ ਠੱਠਾ। ਉਹ ਕਹਿੰਦੇ ਸ਼ਰੇਆਮ ਮਿਲਦਾ, ਤੁਹਾਡੇ ਵਾਂਗ ਲੁੱਕੇ ਤਾਂ ਨਹੀਂ ਮਿਲਦਾ। ਕਹਿੰਦੇ ਫਿਰ ਕਈਆਂ ਦੇ ਮੂੰਹ ਉਤਰ ਗਏ। ਕਹਿੰਦੇ ਮੈਨੂੰ ਉਹਨਾਂ ਦਾ ਵੀ ਪਤਾ ਜਿਹੜੇ ਲੁੱਕੇ ਜਾ ਕੇ ਆਪਣੇ ਕੰਮ ਕਰਾ ਕੇ ਲਿਆਉਂਦੇ ਨੇ। ਸਹੀ ਹੈ। ਤੇ ਕਹਿੰਦੇ ਇਸ ਮਸਲੇ ਨੇ ਕਈ ਚੁੱਪ ਕਰਾਤੇ। ਸੋ ਇਹ ਕੁੱਲ ਮਿਲਾ ਕੇ ਅੰਦਰ 2-3 ਧੜੇ ਖੜੇ ਹੋ ਗਏ ਜੀ। ਇੱਕ ਧੜਾ ਉਹ ਹੈ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਨੂੰ ਅਜੇ ਪ੍ਰਧਾਨਗੀ ਦੇ ਤੌਰ ਤੇ ਅਗਾਂਹ ਤੋਰਨਾ ਚਾਹੁੰਦਾ। ਉਹ ਕਹਿੰਦਾ ਥੱਲੇ ਟੀਮ ਹੋਰ ਬਣਾਉਣੀ, ਬਣਾ ਲਓ, ਪ੍ਰਧਾਨ ਜੀ ਹੀ ਰਹਿਣਗੇ। ਇੱਕ ਧੜਾ ਉਹ ਆ ਕਹਿੰਦਾ ਪੈਸਾ ਤੇ ਕੰਨੀ ਔਖੇ ਹੋ, ਰੱਖੜੇ ਕੰਨੀ ਦੇਖ ਲਓ, ਚੰਦੂ ਮਾਜਰੇ ਵਰਗਿਆਂ ਨੂੰ ਬਣਾ ਲਓ, ਰਾਜਨੀਤਿਕ ਘਾਗ ਨੇ, ਹੈ ਨਾ, ਬੀਬੀ ਜਗੀਰ ਕੌਰ ਕੰਨੀ ਦੇਖੋ, ਕੁਝ ਉਧਰ ਨੂੰ ਝਾਕ ਰੱਖ ਰਹੇ ਨੇ। ਇੱਕ ਧੜਾ ਉਹ ਹੈ ਜਿਹੜਾ ਕਹਿੰਦਾ ਕਿ 2 ਦਸੰਬਰ ਵਾਲਾ ਕੀ ਬਣਿਆ, ਆਪਾਂ ਜਿਹੜੇ ਸਿਧਾਂਤ ਪਾਲਣੇ ਸੀ, ਆਪਾਂ ਤਾਂ ਇੱਕ ਪਰਿਵਾਰ ਚੋਂ ਇੱਕ ਜੀਤ ਦੇ ਹਵਾਲੇ ਨਾਲ ਰਾਜਨੀਤੀ ਕਰਨੀ ਸੀ। ਸਹੀ ਹੈ। ਆਪਾਂ ਤਾਂ ਅਹੁਦੇਦਾਰੀਆਂ 'ਚ 2-2, 3-3 ਬੰਦੇ ਐਡਜਸਟ ਕਰਨ ਲੱਗ ਪਏ। ਇਹਦੇ ਆਪਣੇ ਯਾਰ ਸੁਖਬੀਰ ਬਾਦਲ ਦਲ 'ਚ ਫਰਕ ਹੀ ਰਹਿ ਗਿਆ। ਸਹੀ। ਉਧਰ ਮਨਪ੍ਰੀਤ ਇਆਲੀ ਬੈਠਕ 'ਚ ਦੇਰ ਨਾਲ ਆਉਂਦੇ ਨੇ ਤਾਂ ਬੈਠਕ ਵੀ ਦੇਰ ਨਾਲ ਸ਼ੁਰੂ ਹੁੰਦੀ ਹੈ। ਤੇ ਮਨਪ੍ਰੀਤ ਇਆਲੀ ਦਾ ਮਤਲਬ ਇਹ ਦੇਖ ਰਹੇ ਨੇ ਕਿ ਹਾਂ ਮੇਰੇ ਤੋਂ ਬਿਨਾਂ ਤਾਂ ਨਹੀਂ ਬੈਠਕ ਕਰਦੇ। ਤੇ ਮਨਪ੍ਰੀਤ ਆਏ ਤੇ ਜੇ ਇਆਲੀ ਦੇ ਆਏ ਤੇ ਜੇ ਬੈਠਕ ਸ਼ੁਰੂ ਹੁੰਦੀ ਆ ਤਾਂ ਕਹਿੰਦੇ ਮਨਪ੍ਰੀਤ ਇਆਲੀ ਫਿਰ ਉਸੇ ਗੱਲ ਤੇ ਆਉਂਦੇ ਨੇ ਕਿ ਕਰੋ ਵੀ ਸਮਝੌਤਾ, ਹੈ ਨਾ, ਅੰਮ੍ਰਿਤਪਾਲ ਵਾਲੀ ਧਿਰ ਨਾਲ, ਵਾਰਿਸ ਪੰਜਾਬ ਦੇ ਨਾਲ, ਆਪਾਂ ਕਰ ਲਈਏ, ਉਹਦੇ ਤੇ ਅੱਗੇ ਵਧੀਏ। ਉਹ ਇਸ ਨੁਕਤੇ ਤੇ ਨੇ। ਹੁਣ ਕੀ ਗੱਠਜੋੜ ਹੋਊਗਾ, ਨਹੀਂ ਹੋਊਗਾ, ਕੀ ਟੁੱਟ ਕੇ ਕੁਝ ਉਧਰ ਜਾਣਗੇ, ਕੁਝ ਸੁਖਬੀਰ ਬਾਦਲ ਕੰਨੀ ਚਲੇ ਜਾਣਗੇ, ਪੁਨਰ ਸੁਰਜੀਤ ਰਹੂਗਾ ਕਿ ਨਹੀਂ ਰਹੂਗਾ। ਫਿਲਹਾਲ ਤਾਂ ਖਲਾਰਾ ਪੈਂਦਾ ਰੁਕ ਗਿਆ ਜੀ। ਪਰ ਇਹ ਸਿਆਸੀ ਹਨੇਰੀਆਂ 'ਚ ਕਿੰਨੇ ਕੁ ਦਿਨ ਟਿਕ ਪਾਏਗਾ, ਇਹ ਦੇਖਣ ਵਾਲੀ ਗੱਲ ਹੈ। ਗਿਆਨੀ ਹਰਪ੍ਰੀਤ ਸਿੰਘ ਦੀ ਪ੍ਰਧਾਨਗੀ ਵੀ ਅਜੇ ਬਚੀ ਆ ਤੇ ਬਾਕੀ ਮਸਲੇ ਵੀ ਠੰਡੇ ਪਾ ਕੇ ਸੋਚਿਆ ਕਿ ਇੱਕ ਟੀਮ ਆਉਂਦੇ ਦਿਨਾਂ 'ਚ ਬਣਾਓ ਤਾਂ ਕਿ ਆਪਾਂ ਪੰਜਾਬ ਦੇ ਏਜੰਡਿਆਂ ਤੇ ਕੰਮ ਕਰ ਸਕੀਏ। ਸੋ ਅਜੇ ਤਾਂ ਤੁਹਾਡੇ ਆਪਣੇ ਏਜੰਡੇ ਤੈਅ ਨਹੀਂ, ਤੁਸੀਂ ਪੰਜਾਬ ਦੇ ਏਜੰਡਿਆਂ ਤੇ ਕੀ ਗੱਲ ਕਰ ਪਾਓਗੇ। ਸਹੀ ਹੈ।
ਅਜੇ ਤਾਂ ਤੁਸੀਂ ਪਾਰਟੀ ਰਜਿਸਟਰ ਨਹੀਂ ਕਰਾ ਪਾਏ, ਚੋਣਾਂ ਕੀ ਲੜ ਪਾਓਗੇ? ਸੋ ਇਹ ਚੁਣੌਤੀਆਂ ਬਹੁਤ ਨੇ ਪੁਰਨ ਸਰਜੀਤ ਮੁਰੇ, ਆਰਥਿਕ ਤੌਰ ਤੇ ਵੀ, ਅਹੁਦੇਦਾਰੀਆਂ ਨੂੰ ਲੈ ਕੇ ਵੀ, ਚਿਹਰਿਆਂ ਨੂੰ ਲੈ ਕੇ ਵੀ, ਸਰਗਰਮ ਸਿਆਸਤ ਚਾਉਣ ਨੂੰ ਲੈ ਕੇ ਵੀ, ਹਰ ਪਾਸੇ ਉਹ ਘਿਰਿਆ ਪੁਰਨ ਸਰਜੀਤ ਫਿਲਹਾਲ ਡਿੱਕੇ ਡੋਲੇ ਖਾ ਰਿਹਾ। ਕਿੰਨੀ ਦੇਰ ਟਿਕ ਪਾਊਗਾ ਇਹ ਅੰਦਾਜ਼ਾ ਲਾਉਣਾ ਅਜੇ ਮੁਸ਼ਕਲ ਹੈ, ਪਰ ਆਉਂਦਾ ਸਮਾਂ ਇਹਨਾਂ ਲਈ ਔਖਾ ਦਿਖਦਾ ਜੀ। ਪੁਨਰ ਸਰਜੀਤ ਅਕਾਲੀ ਦਲ ਦੇ ਵਿੱਚ ਜਿਹੜੇ ਇਹਨਾਂ ਨੇ ਸ਼ੁਰੂ ਦੇ ਵਿੱਚ ਜਿਹੜੇ ਪ੍ਰੋਗਰਾਮ ਦਿੱਤੇ ਸੀ, ਨੋ ਡਾਊਟ ਉਹ ਪ੍ਰੋਗਰਾਮ ਬਹੁਤ ਆਲਾ ਦਰਜੇ ਦੇ ਪ੍ਰੋਗਰਾਮ ਸੀਗੇ, ਪਰ ਕੁਝ ਲੀਡਰ ਵਿੱਚ ਅਜਿਹੇ ਨੇ ਜਿਨ੍ਹਾਂ ਦੀ ਜਿਹੜੀ ਪਬਲਿਕ ਭਰੋਸੇਯੋਗਤਾ ਉਹ ਕੋਈ ਬਹੁਤੀ ਨਹੀਂ ਹੈ, ਉਹਨਾਂ ਦੀ ਕ੍ਰੈਡੀਬਿਲਿਟੀ ਨਹੀਂ ਹੈ, ਇਸ ਕਰਕੇ ਉਹਨਾਂ ਨੂੰ ਲੋਕ ਸ਼ੱਕੀ ਤਰੀਕੇ ਨਾਲ ਵੀ ਦੇਖਦੇ ਨੇ। ਤੇ ਹੌਲੀ ਹੌਲੀ ਤਾਂ ਜਿਵੇਂ ਤੁਸੀਂ ਕਿਹਾ ਵੀ ਹਲੇ ਤਾਂ ਪਾਰਟੀ ਨਹੀਂ ਰਜਿਸਟਰਡ ਤੇ ਬਾਕੀ ਗੱਲਾਂ ਤਾਂ ਬਾਅਦ ਚ ਨੇ, ਜੇ ਪਾਰਟੀ ਨਹੀਂ ਰਜਿਸਟਰਡ ਤੇ ਫਿਰ ਚੋਣਾਂ ਕਿਵੇਂ ਲੜੀਆਂ ਜਾਣਗੀਆਂ? ਸੋ ਇਹ ਵੀ ਇਹ ਇਕੱਲੇ ਚੋਣਾਂ ਲੜਨ ਦਾ ਸਵਾਲ ਨਹੀਂ, ਹੋਰ ਵੀ ਬਹੁਤ ਸਾਰੇ ਸਵਾਲ ਨੇ, ਪ੍ਰੋਗਰਾਮਾਂ ਨੂੰ ਲੈ ਕੇ, ਭਵਿੱਖ ਦੀ ਰਣਨੀਤੀ ਨੂੰ ਲੈ ਕੇ ਬਹੁਤ ਸਾਰੇ ਸਵਾਲ ਹੋ ਸਕਦੇ ਨੇ। ਅਗਲੀ ਗੱਲ ਕਰੀਏ ਸੁਖਨਾ ਝੀਲ ਦੀ। ਸੁਪਰੀਮ ਕੋਰਟ ਨੇ ਜਿਹੜੀ ਸੁਖਨਾ ਝੀਲ ਨੂੰ ਲੈ ਕੇ ਤਾੜਨਾ ਕੀਤੀ ਹੈ, ਕਹਿੰਦੇ ਇਹਦੇ ਤੋਂ ਹੋਰ ਨਦੀਆਂ ਦਰਿਆਵਾਂ ਨੂੰ ਵੀ ਆਸ ਬੱਝੀ ਹੈ ਜੀ। ਪ੍ਰਵੀਨ ਜੀ, ਜਿਹੜੇ ਚੰਡੀਗੜ੍ਹ ਆਉਂਦੇ ਜਾਂਦੇ ਰਹਿੰਦੇ ਨੇ ਜਾਂ ਚੰਡੀਗੜ੍ਹ ਵਾਲੇ ਜਾਣਦੇ ਨੇ, ਹੈਨਾ, ਜਿਹੜੇ ਪੰਜਾਬ ਦੀ ਰਾਜਧਾਨੀ ਦੀ ਲੜਾਈ ਲੜਦੇ ਨੇ ਉਹ ਵੀ ਜਾਣਦੇ ਨੇ, ਜਾਂ ਜਿਹੜੇ ਚੰਡੀਗੜ੍ਹ ਬਸਣਾ ਚਾਹੁੰਦੇ ਨੇ, ਰਹਿਣਾ ਪੰਜਾਬ 'ਚ ਚਾਹੁੰਦੇ ਨੇ, ਉਹ ਵੀ ਸੁਖਨਾ ਲੇਕ ਬਾਰੇ ਜਾਣਦੇ ਨੇ ਕਿ ਉਹਦੇ ਆਲੇ ਦੁਆਲੇ ਦਾ ਕਿਵੇਂ ਖੇਤਰ ਪੰਜਾਬ ਦੇ ਇਲਾਕੇ ਵਜੋਂ ਉਸਰਿਆ, ਹੈਨਾ, ਤੇ ਉੱਥੇ ਕਿਵੇਂ ਨਜਾਇਜ਼ ਕਲੋਨੀਆਂ ਕੱਟ ਹੋਈਆਂ, ਤੇ ਇੱਧਰ ਅਫਸਰਸ਼ਾਹੀ ਨੇ ਮਿਲ ਕੇ ਇਹਦੇ ਆਲੇ ਦੁਆਲੇ ਕੀ ਕੁਛ ਉਸਰਨ ਦਿੱਤਾ ਜੀ। ਸਹੀ। ਸੋ ਕੁੱਲ ਮਿਲਾ ਕੇ ਸੁਖਨਾ ਝੀਲ ਖੁਰਨ ਲੱਗ ਪਈ, ਸੁੰਗੜਨ ਲੱਗ ਪਈ, ਸੀਮਤ ਹੋਣ ਲੱਗ ਪਈ, ਹੈਨਾ, ਉਹਦੇ ਵਿੱਚ ਪਾਣੀ ਦੀ ਆਮਦ ਦਾ ਮਸਲਾ ਬਣ ਗਿਆ, ਉਹਦੇ ਆਲੇ ਦੁਆਲੇ ਹੜ੍ਹਾਂ ਦਾ ਖਤਰਾ ਖੜਾ ਹੋ ਗਿਆ। ਇਹ ਸਾਰੀਆਂ ਸਥਿਤੀਆਂ ਨੂੰ ਬਾਚਦਿਆਂ ਹੋਇਆ ਮਾਮਲਾ ਸੁਪਰੀਮ ਕੋਰਟ ਤੱਕ ਗਿਆ। ਮਾਨਯੋਗ ਸੁਪਰੀਮ ਕੋਰਟ ਨੇ ਸਖਤ ਲਫ਼ਜ਼ਾਂ ਦੀ ਤਾੜਨਾ ਕਰਦਿਆਂ ਕਿਹਾ ਕਿ ਬਈ ਬਿਲਡਰ ਮਾਫੀਆ, ਲੈਂਡ ਮਾਫੀਆ ਜਿਹਨੂੰ ਆਪਾਂ ਕਹਿੰਦੇ ਆ, ਬਿਲਡਰ ਮਾਫੀਆ ਤੇ ਅਫਸਰਸ਼ਾਹੀ, ਇਹਨਾਂ ਦੀ ਮਿਲੀ ਭੁਗਤ ਤੋਂ ਬਿਨਾਂ ਕਹਿੰਦੇ ਝੀਲ ਦੀ ਇਹ ਦੁਰਦਸ਼ਾ ਨਹੀਂ ਹੋ ਸਕਦੀ, ਸੁਖਨਾ ਝੀਲ ਦਾ ਇਹ ਹਾਲ ਨਹੀਂ ਹੋ ਸਕਦਾ ਸੀ। ਇਹ ਉਹਨਾਂ ਦਾ ਕੀਤਾ ਧਰਿਆ ਜੀ। ਤੇ ਉਹਨਾਂ ਨੇ ਕਿਹਾ ਅਫਸਰਾਂ ਨੂੰ ਕਿ ਬਖਸ਼ ਦੋ, ਘੱਟੋ ਘੱਟ ਸ਼ਰਮ ਕਰ ਲਓ, ਆਪਣੀਆਂ ਆਉਣ ਵਾਲੀਆਂ ਨਸਲਾਂ ਪੀੜ੍ਹੀਆਂ ਲਈ ਹਵਾ ਜੋਗਾ ਕੋਈ ਸਾਫ਼ ਸੁਥਰਾ ਕੋਈ ਥਾਂ ਰੱਖ ਲਓ। ਤੇ ਇਹ ਵੀ ਹਦਾਇਤ ਕੀਤੀ ਕਿ ਗਾਂ ਨੂੰ ਜਿੰਨਾ ਏਰੀਆ ਜੇ ਤੋਂ 1 ਇੰਚ ਵੀ ਖੁਰਿਆ ਤੇ ਫਿਰ ਤੁਹਾਡੀ ਖੈਰ ਨਹੀਂ ਜੀ। ਹੁਣ ਜ਼ਿਕਰ ਸੁਪਰੀਮ ਕੋਰਟ ਦੇ ਵਿੱਚ ਸੁਖਨਾ ਝੀਲ ਦਾ ਹੋ ਰਿਹਾ। ਸੁਪਰੀਮ ਕੋਰਟ ਕੋਈ ਚੰਡੀਗੜ੍ਹ ਦੀ ਸਥਾਨਕ ਅਦਾਲਤ ਨਹੀਂ ਹੈ। ਹਾਂਜੀ ਹਾਂਜੀ, ਬਿਲਕੁਲ, ਦੇਸ਼ ਦੀ ਅਦਾਲਤ, ਕੋਈ ਲੋਕਲ ਅਦਾਲਤ ਨਹੀਂ ਹੈ, ਦੇਸ਼ ਦੀ ਅਦਾਲਤ ਹੈ, ਸਰਵਉੱਚ ਅਦਾਲਤ ਹੈ। ਮੈਨੂੰ ਲੱਗਦਾ ਸੁਖਨਾ ਝੀਲ ਦੇ ਹਵਾਲੇ ਨਾਲ ਮਾਨਯੋਗ ਸੁਪਰੀਮ ਕੋਰਟ ਨੂੰ ਸੋ ਨੋਟਿਸ ਲੈ ਕੇ ਪੂਰੇ ਨਦੀਆਂ ਬਾਰੇ, ਦਰਿਆਵਾਂ ਬਾਰੇ, ਪੂਰੇ ਪਹਾੜਾਂ ਬਾਰੇ, ਪੂਰੇ ਦਰਖਤਾਂ ਬਾਰੇ ਕੋਈ ਫੈਸਲਾ ਲੈਣਾ ਚਾਹੀਦਾ। ਤੁਸੀਂ ਉਹ ਮਤਲਬ ਬਾਘਾ ਬਾਰਡਰ ਤੋਂ ਤੁਰੋ ਤਾਂ ਸਹੀ ਦਿੱਲੀ ਕੰਨੀ ਨੂੰ, ਪੰਜਾਬ 'ਚ ਮੋਟਰਾਂ ਤੇ ਦਰਖਤ ਦਿਖਣੋਂ ਹਟ ਕੇ ਘੱਟੋ ਘੱਟ ਅੱਗੇ ਮੋਟਰਾਂ ਤੇ ਤਾਂ ਹੁੰਦੇ ਸੀ, ਬੱਟ ਬੰਨਿਆ ਪਿਆਂ ਤੇ ਤਾਂ ਛੱਡ ਦੋ, ਅਸੀਂ ਦਰਖਤ ਨਹੀਂ ਛੱਡਿਆ। ਸੜਕਾਂ ਚੌੜੀਆਂ ਕਰਨ ਦੇ ਨਾਂ ਤੇ ਕਿੰਨੇ ਮੰਤਰੀ ਸੰਤਰੀ ਬਣ ਗਏ ਪੈਸਿਆਂ ਦੇ ਨਾਲ, ਸਭ ਨੂੰ ਪਤਾ ਹੈ। ਸਹੀ ਗੱਲ। ਕਿੰਨੇ ਠੇਕੇਦਾਰ ਬਣ ਗਏ, ਸਾਲਾਂ ਬੱਧੀ ਬਜ਼ੁਰਗਾਂ ਦੇ ਪਾਲੇ ਹੋਏ ਪੁੱਤਾਂ ਵਰਗੇ ਦਰਖਤ ਕਿਵੇਂ ਵੱਢ ਵੇਚੇ, ਸਭ ਨੂੰ ਪਤਾ ਹੈ ਵਿਕਾਸ ਦੇ ਨਾਂ ਤੇ ਕੀ ਕੁਛ ਹੋਇਆ, ਹੈ ਨਾ। ਤੇ ਸ਼ਹਿਰਾਂ ਕਸਬਿਆਂ ਨੂੰ ਉਸਾਰਨ ਦੇ ਨਾਂ ਤੇ ਅਸੀਂ ਕਿੰਨਾ ਕੁਛ, ਕਲੋਨੀਆਂ ਕੱਟਣ ਦੇ ਨਾਂ ਤੇ ਦਰਖਤ ਖਾਧੇ, ਜੰਗਲ ਬੀੜਾ ਵੇਚੀਆਂ, ਹੈ ਨਾ। ਅਫਸਰਸ਼ਾਹੀ ਨੇ ਚੰਡੀਗੜ੍ਹ ਦਾ ਜੰਗਲਾਤ ਏਰੀਆ ਕਿਵੇਂ ਦੱਬਿਆ, ਸਾਰਿਆਂ ਨੂੰ ਪਤਾ। ਉਹ 'ਚ ਕਿੰਨੇ ਕਾਨੂੰਨ ਘਾੜਿਆਂ ਤੋਂ ਲੈ ਕੇ, ਹੈ ਨਾ, ਕਾਨੂੰਨੀ ਪਹਿਰੇਕਾਰਾਂ ਤੱਕ ਦੇ ਮਹਿਲ ਨੇ, ਸਭ ਨੂੰ ਪਤਾ। ਸੋ ਮੈਨੂੰ ਲੱਗਦਾ ਸੁਖਨਾ ਝੀਲ ਦੇ ਨਾਲ ਨਾਲ ਨਦੀਆਂ ਦਰਿਆਵਾਂ ਨੇ ਵੀ ਗਰਦਨ ਉੱਪਰ ਚੱਕ ਕੇ ਸੁਪਰੀਮ ਕੋਰਟ ਕਨੀ ਤੱਕਿਆ ਹੋਣਾ ਕਿ ਸ਼ਾਇਦ ਸਾਡੀ ਵੀ ਕੋਈ ਬਾਤ ਪਾਊਗਾ, ਬਿਲਕੁਲ, ਸ਼ਾਇਦ ਸਾਡੀ ਵੀ ਕੋਈ ਸਾਰ ਲਊਗਾ ਜੀ। ਇਹ ਪੂਰੇ ਮੁਲਕ ਦਾ ਮਾਮਲਾ ਹੈ। ਪਿਛਲੇ ਦਿਨੀ ਦਿੱਲੀ ਦੇ ਨਾਲ ਲੱਗਦੇ ਪਹਾੜਾਂ ਦਾ ਖਾਸਾ ਮੁੱਦਾ ਉੱਠਿਆ, ਹੈ ਨਾ। ਪੰਜਾਬ ਦੇ ਗੜ੍ਹ ਸ਼ੰਕਰ ਸ਼ਿਵਾਲਕ ਦੇ ਪਹਾੜ ਤੁਸੀਂ ਝਾਤ ਮਾਰ ਕੇ ਦੇਖ ਲਓ, ਤੁਸੀਂ ਆਬੋ ਹਵਾ ਦਾ ਫਰਕ ਦੇਖ ਲਿਓ। ਜਿਹੜਾ ਇਹ ਮਤਲਬ ਕਿ ਮਹਿਤਪੁਰ, ਊਨਾ, ਤਲਵਾੜਾ, ਹੁਸ਼ਿਆਰਪੁਰ ਇਹ ਵਾਲੀ ਬੈਲਟ ਹੈ, ਉਧਰ ਉਹ ਪੈਰਲਲ ਚੱਲਦੀ ਹੈ, ਇੱਕ ਪਾਸੇ ਹਿਮਾਚਲ, ਇੱਕ ਪਾਸੇ ਪੰਜਾਬ। ਜੀ ਜੀ, ਸਹੀ ਹੈ। ਮਤਲਬ ਉਹੇ ਜਿਹੇ ਪਹਾੜ, ਉਹੇ ਜਿਹੇ ਦਰਖਤ ਉਧਰ ਨੇ, ਉਹੇ ਜਿਹੇ ਪਹਾੜ, ਉਹੇ ਜਿਹੇ ਦਰਖਤ ਉਧਰ ਨੇ। ਪਰ ਪੰਜਾਬ ਵਾਲੇ ਜਿਵੇਂ ਉਦਾਸ ਮਟਮੈਰੇ ਜੇ, ਹੈ ਨਾ, ਮੂੰਹ ਉਤਰਿਆ ਹੋਇਆ ਹੋਏ ਜਿਹੇ ਨੇ, ਤੇ ਉਧਰ ਖਿੜਿਆ ਹੋਇਆ। ਬਿਲਕੁਲ। ਸੋ ਇਹ ਦ੍ਰਿਸ਼ ਕਿਉਂ ਫਰਕ ਹੈ? ਅਸੀਂ ਹਾਲ ਹੀ ਹੜ੍ਹ ਦੀ ਸਥਿਤੀ ਚੋਂ ਬਹੁਤ ਔਖੇ ਨਿਕਲ ਕੇ ਆਏ ਹਾਂ। ਉਹਦੇ ਉੱਤੇ ਮੰਥਨ ਕਿੱਥੇ ਆ? ਫਿਰ ਜਦੋਂ ਹੜ੍ਹ ਆਊਗਾ ਫਿਰ ਦੁਬਾਰਾ ਵਿਚਾਰ ਕਰਾਂਗੇ। ਪਰਾਲੀ ਵਾਲਾ ਮਸਲੇ ਦੇ ਨਾਂ ਤੇ ਹਰ ਵਾਰ ਤੁਸੀਂ ਵਿਚਾਰ ਕਰਦੇ ਹੋ, ਉਹਦਾ ਹੱਲ ਕਿਉਂ ਨਹੀਂ ਕੱਢ ਪਾਉਂਦੇ? ਜੀ ਜੀ।
ਸੋ ਇਸ ਲਈ ਮੈਨੂੰ ਲੱਗਦਾ ਕਿ ਮਾਨਯੋਗ ਸੁਪਰੀਮ ਕੋਰਟ ਨੇ ਜੇ ਸੁਖਨਾ ਝੀਲ ਦੀ ਗੱਲ ਕੀਤੀ ਹੈ ਤਾਂ ਉਹਨੂੰ ਓਵਰਆਲ ਵਾਤਾਵਰਨ ਦੇ ਹਵਾਲੇ ਨਾਲ ਗੱਲ ਕਰ ਲੈਣੀ ਚਾਹੀਦੀ ਹੈ। ਮੈਨੂੰ ਤਾਂ ਸਵੈ ਨੋਟਿਸ ਲੈਣਾ ਚਾਹੀਦਾ, ਸਰਕਾਰਾਂ ਨੂੰ ਸਖਤ ਹੁਕਮ ਕਰਨਾ ਚਾਹੀਦਾ ਕਿ ਕਿਸੇ ਵੀ ਨਦੀ ਦਰਿਆ ਦੇ ਇੰਨੇ ਕਿਲੋਮੀਟਰ ਦੇ ਦਾਇਰੇ ਦੇ ਵਿੱਚ ਨਾ ਕੁਛ ਇੱਟ ਲੱਗੂਗੀ, ਨਾ ਕੋਈ ਰੋੜਾ ਲੱਗੂਗਾ, ਨਾ ਕੋਈ ਵਿਕਾਸ ਹੋਊਗਾ। ਰੇਤ ਚੱਕਣਾ ਕਿਵੇਂ ਹੈ, ਕਿੰਨਾ ਚੱਕਣਾ, ਕਦੋਂ ਚੱਕਣਾ, ਇਹਦੀ ਕੋਈ ਹੱਦ ਮਿੱਥੀ ਜਾਵੇ, ਕੋਈ ਪੈਮਾਨਾ ਬਣੇ, ਕੋਈ ਤਰੀਕਾਕਾਰ ਬਣੇ। ਪਹਿਲਾਂ ਵੀ ਇਹ ਮੁੱਦਾ ਉੱਠਿਆ ਸੀਗਾ ਕਿ ਰੇਤ ਓਪਨ ਹੋ ਜਾਵੇ, ਪਰ ਜਿੰਨਾ ਮਕਾਨ ਬਣੇ, ਜਿੰਨੀ ਬਿਲਡਿੰਗ ਬਣੇ, ਉਹਦੇ ਹਿਸਾਬ ਨਾਲ ਵਸੂਲੀ ਸ਼ੁਰੂ ਕਰ ਦਿਓ, ਆਪਣੇ ਆਪ ਸਾਰਾ ਕੁਝ ਦਿਮਾਗ ਸੈੱਟ ਆ ਜਾਊਗਾ। ਤੇ ਕਿਤੇ ਤਾਂ ਲੱਗੂਗਾ ਹੀ ਨਾ ਰੇਤਾ। ਜੀ ਜੀ ਸਹੀ। ਤੇ ਬਾਹਰੋਂ ਆਉਣ ਨਾ ਦਿਓ, ਬਾਹਰ ਜਾਣ ਨਾ ਦਿਓ। ਸੋ ਇਸ ਲਈ ਬਹੁਤ ਮਸਲੇ ਨੇ ਇਹ ਵਾਤਾਵਰਨ ਨੂੰ ਲੈ ਕੇ ਜੀ। ਆ ਜਿਵੇਂ ਮਤਲਬ ਕਿ ਚੇਂਜ ਹੁੰਦਾ ਇੱਕਦਮ, ਆ 2 ਦਿਨ ਪਹਿਲਾਂ ਕਹਿਰ ਦੀ ਠੰਡ ਸੀ ਤੇ 2 ਦਿਨਾਂ ਚ ਐਨ ਸਿਖਰ ਦੀ ਗਰਮੀ ਹੋ ਗਈ। ਇੱਕਦਮ ਮੌਸਮ ਦੇ ਵਿੱਚ ਮਤਲਬ ਕੋਟੀ ਸਵੈਟਰ ਪਾਉਣਾ ਮੁਸ਼ਕਲ ਹੋ ਗਿਆ ਪਿਛਲੇ 2-3 ਦਿਨਾਂ ਤੋਂ। ਅੱਜ ਮੌਸਮ ਬਦਲਿਆ ਥੋੜਾ ਜਿਹਾ, ਰਾਤ ਹਨੇਰੀ ਚੱਲੀ, ਮੀਂਹ ਆਇਆ, ਤੇ ਮਾਹਿਰਾਂ ਦਾ ਮੰਨਣਾ ਕਿ ਕਣਕ ਦੇ ਝਾੜ ਤੇ ਫੇਰ ਅਸਰ ਪਊਗਾ ਇਸ ਵਾਰ, ਤੇ ਫੇਰ ਭੜੋਲੇ ਵੀ ਨਹੀਂ ਭਰਨੇ, ਫਿਰ ਆਟਾ ਦਾਲ ਸਕੀਮਾਂ ਵੀ ਨਹੀਂ ਚੱਲਣੀਆਂ। ਸੋ ਇਸ ਲਈ ਕਾਇਨਾਤ, ਕੁਦਰਤ, ਕਿਰਸਾਨੀ, ਜ਼ਮੀਨ, ਦਰਖਤ, ਬੂਟੇ, ਨਦੀਆਂ, ਦਰਿਆ ਜੇ ਨਾ ਬਚਾਏ ਤਾਂ ਤੁਹਾਡੀ ਸਿਆਸਤ ਵੀ ਨਹੀਂ ਬਚਣੀ। ਇਸ ਲਈ ਸਿਆਸਤਦਾਨਾਂ ਨੂੰ ਵੀ ਆਪਣੇ ਮੱਥੇ ਨੂੰ ਹੱਥ ਮਾਰਨਾ ਚਾਹੀਦਾ ਤੇ ਮਾਣਯੋਗ ਅਦਾਲਤਾਂ ਨੂੰ ਇਹ ਜਿਹਾ ਫੈਸਲਾ ਲੈਂਦਿਆਂ, ਸਵਾਗਤਯੋਗ ਫੈਸਲਾ ਲੈਂਦਿਆਂ ਹੋਇਆਂ ਓਵਰਆਲ ਵੀ ਵਿਚਾਰ ਕਰਨਾ ਚਾਹੀਦਾ। ਹਾਂਜੀ ਬਿਲਕੁਲ। ਇਹ ਜਿਹੜੇ ਨਦੀਆਂ, ਨਾਲੇ, ਦਰਿਆ ਨੇ, ਝੀਲਾਂ ਨੇ, ਇਹ ਧਰਤੀ ਦਾ ਸੁਹੱਪਣ ਵੀ ਨੇ। ਮਨੁੱਖੀ ਜੀਵਨ ਨੂੰ ਤਾਂ, ਕੁਦਰਤ ਨੂੰ ਤਾਂ ਬਚਾ ਕੇ ਰੱਖਦੀਆਂ ਨੇ, ਧਰਤੀ ਦਾ ਸੁਹੱਪਣ ਨੇ। ਜਿਵੇਂ ਮੋਟਰਾਂ ਤੇ ਲੱਗੇ ਦਰਖਤਾਂ ਦਾ ਤੁਸੀਂ ਜ਼ਿਕਰ ਕਰ ਰਹੇ ਸੀ, ਪਰੜੀਆਂ ਦੇ ਉੱਤੇ, ਸੂਏ ਦੀਆਂ ਕੱਸੀਆਂ, ਨਹਿਰਾਂ ਦੇ ਉੱਤੇ ਲੱਗੇ ਦਰਖਤ, ਉਹ ਵੀ ਸਾਡੇ ਸ਼ਾਨ ਨੇ। ਇਹ ਸਾਡੇ ਜਿਹੜੇ ਪਾਣੀ ਦੇ ਸੋਮੇ ਨੇ, ਵਸੀਲੇ ਨੇ, ਇਹ ਵੀ ਸਾਡੀ ਸ਼ਾਨ ਨੇ। ਪਹਾੜ ਸਾਡੀ ਸ਼ਾਨ ਨੇ, ਕੁਦਰਤ ਦਾ ਸੁਹੱਪਣ ਨੇ, ਫਸਲਾਂ ਵੀ। ਪਰ ਇਹ ਸਰਕਾਰਾਂ ਸ਼ਰਮਾ ਜੀ ਕਈ ਚੀਜ਼ਾਂ ਨੂੰ ਨਾ ਸੀਜ਼ਨਲੀ ਵਿਪਤਾਵਾਂ ਮੰਨਦੀਆਂ ਨੇ। ਜਿਵੇਂ ਪਰਾਲੀ ਦਾ ਧੂੰਆਂ, ਉਹਨਾਂ ਨੂੰ ਪਤਾ ਵੀ ਨਵੰਬਰ, ਦਸੰਬਰ ਸਾਰਾ ਕੁਝ ਆਪੇ ਹੀ ਸਾਫ਼ ਹੋ ਜਾਊਗਾ, ਧੂੰਆਂ ਉੱਡ ਜਾਊਗਾ, ਸਾਨੂੰ ਕੰਮ ਕਰਨ ਦੀ ਕੀ ਲੋੜ ਹੈ। ਇਸੇ ਤਰ੍ਹਾਂ ਹੜ੍ਹ ਨੇ, ਹੜ੍ਹ ਆ ਜਾਂਦੇ ਨੇ, ਲੋਕ ਉਹਦੇ ਚੋਂ ਨਿਕਲ ਆਉਂਦੇ ਨੇ, ਆਪੇ ਸੇਵਾ ਕਰ ਲੈਂਦੇ ਨੇ, ਆਪੇ ਲੰਗਰ ਲਾ ਲੈਂਦੇ ਨੇ, ਵਾਹਣ ਪੱਧਰ ਕਰ ਲੈਂਦੇ ਨੇ। ਸਰਕਾਰ ਨੂੰ ਕੀ ਇਹਦੇ 'ਚ ਦਿੱਕਤ ਹੈ? ਸਰਕਾਰਾਂ ਦਾ ਤਾਂ ਕੰਮ ਉਵੇਂ ਚੱਲੀ ਜਾਂਦਾ ਨਾ। ਇਸ ਕਰਕੇ ਸੀਜ਼ਨਲੀ ਜਿਹੜੀਆਂ ਦਿੱਕਤਾਵਾਂ ਨੇ, ਵੱਡੀਆਂ ਨੇ, ਪਰੇਸ਼ਾਨੀਆਂ ਨੇ, ਉਹਨਾਂ ਨੂੰ ਤਾਂ ਸਰਕਾਰ ਪਰੇਸ਼ਾਨੀਆਂ ਹੀ ਗਿਣਨੋਂ ਹਟ ਗਈ ਹੁਣ ਤਾਂ, ਇਉਂ ਲੱਗਦਾ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਣੇ ਨਾਲ ਜੁੜੇ ਸਨ ਸੀਨੀਅਰ ਪੱਤਰਕਾਰ, ਉੱਘੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਲੈ ਕੇ ਚਰਚਾ ਕੀਤੀ ਹੈ। ਅਸੀਂ ਉਮੀਦ ਕਰਦੇ ਹਾਂ ਕਿ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਮੈਨੂੰ ਪ੍ਰਵੀਨ ਸ਼ਰਮਾ ਨੇ ਇੱਥੇ ਦੀ ਇਜਾਜ਼ਤ। ਜੁੜੇ ਰਹੋ ਪੰਜਾਬੀ USA ਦੇ ਨਾਲ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।